गल्लां साडे नाल गुरैया सर मौजूद ने, आपां चलदे चलदे गल्लां बातां करांगे। की लगदा तुहानूं, क्योंकि जे संघर्ष लंबा जांदा है तां तुहाडे अकॉर्डिंग हुण की रूप लऊगा? क्योंकि कई सरकारां ने जिहड़ियां ओह अज भी कोई मंत्री जिन्हें मैं सुनिया कि पीयूष गोयल करके वो सहमत नहीं हुए, ज़्यादातर मंगां ते सहमति बन गई, पर अजे भी बहुत सारियां चीज़ां पेंडिंग ने। देखो गल इदां हुंदी है कि ना, गल हुंदी है नीयत ते नीति दी। हाकम दी नीयत सही होनी चाहिए है। जे नीयत सही है तां नीति बनती है जी। तुहाडी योर इंटेंशन सिद्ध होंदा कि हाकम दी जां सरकार दी नीयत सही नहीं हैगी, नीयत माड़ी है उन्हां दी। जे नीयत सही हुंदी कदे मीटिंग हो रही है 29 दी, 30 दी, फिर 1 दी, फिर 3 दी, फिर 5 दी, फिर 9 दी। की मतलब बनता इन्नियां मीटिंगां करन दा? एडी वड्डी किड्डी गल है, मैं दसो। कुछ भी नहीं है। खेती बिल की ने मैं सारी स्टडी की इन्हां दी, जिन्ने बिल ने, जिन्ने तिन्ने ये पहलां ने ऑर्डीनेंस बने। होर सुणो, आपां इहदी बैकग्राउंड जाणदे हां। पंजाब दे विच लॉकडाउन ला दित्ता जांदा विद मैलाफाइड इंटेंशन, क्योंकि नीयत माड़ी सी। नीयत माड़ी हुई, लॉकडाउन लाता। लॉकडाउन तो बाद इमीडिएटली देखो फैसला ले लिया जी, रात सवेरे लॉकडाउन है। एक की गल कोई ब्रह्म ज्ञानी दे विचार ने? वैदर इट्स अ ड्यूटी ऑफ द प्राइम मिनिस्टर कि इक्को दम तुसीं कह दो जी। मैं मूंह चों गल कढती कि सवेरे नोटबंदी है तो नोटबंदी है, मैं कहता जीएसटी तो जीएसटी होगी, मैं कहता लॉकडाउन है तो लॉकडाउन हो गया। ये एक प्रधानमंत्री का तरीका है। इहदे वास्ते वैल प्लानिंग हुंदी है। पहलां तुसीं प्लानिंग करो, गवर्नमेंट सारी प्लानिंग करे, फिर हुंदा है। फिर ਉਹਦੇ ਵਿੱਚ ਕੀ ਕਰਿਆ, ਮਈ ਜੂਨ ਦੇ ਵਿੱਚ ਲੋਕਡਾਊਨ ਹੈ, ਸਾਰਾ ਪੰਜਾਬ ਬੰਦ ਪਿਆ, ਸਾਰਾ ਹਿੰਦੁਸਤਾਨ ਬੰਦ ਪਿਆ, ਹਰਿਆਣਾ ਬੰਦ ਪਿਆ। ਉਹਦੇ ਵਿੱਚ ਕੀ ਕਰਿਆ ਇਹਨਾਂ ਨੇ, ਆਰਡੀਨੈਂਸ ਪਾਸ ਕਰਤੇ। ਆਰਡੀਨੈਂਸ ਉਦੋਂ ਲੈ ਕੇ ਆਇਆ ਜਾਂਦਾ, ਮੈਂ ਲਾਇਰ ਹਾਂ, ਫਤਿਹਗੜ੍ਹ ਸਾਹਿਬ ਪ੍ਰੈਕਟਿਸ ਕਰਦਾ, ਜਦੋਂ ਪਾਰਲੀਮੈਂਟ ਸੈਸ਼ਨ ਦੇ ਵਿੱਚ ਨਹੀਂ ਹੁੰਦਾ ਹੈਗਾ। ਪਾਰਲੀਮੈਂਟ ਸੈਸ਼ਨ ਦੇ ਵਿੱਚ ਨਹੀਂ ਤਾਂ ਆਰਡੀਨੈਂਸ ਲਿਆਂਦੇ ਜਾਂਦੇ ਨੇ। ਅਦਰਵਾਈਜ਼ ਜੇ ਸੈਸ਼ਨ ਦੇ ਵਿੱਚ ਹੈ ਤਾਂ ਉੱਥੇ ਐਕਟ ਲਿਆਂਦਾ ਜਾਂਦਾ, ਕਾਨੂੰਨ ਬਣਦਾ ਹੈ। ਇਹਨਾਂ ਨੇ ਸੈਸ਼ਨ ਚੱਲ ਨਹੀਂ ਸੀ ਰਿਹਾ ਹੈਗਾ, ਕੀ ਕਰਿਆ, ਆਰਡੀਨੈਂਸ ਲੈਣ ਦੇ। ਲੋਕਡਾਊਨ ਦੇ ਵਿੱਚ ਲੋਕਡਾਊਨ ਦਾ ਫਾਇਦਾ ਉਠਾਇਆ, ਆਰਡੀਨੈਂਸ ਲਿਆ ਕੇ ਮੁੜ ਕੇ ਬਿੱਲ ਬਣ ਗਏ। ਉਹ ਬਿੱਲ ਬਣ ਗਏ, ਉਹਦੇ ਵਾਸਤੇ ਫਿਰ ਇਹਨਾਂ ਨੇ ਜਦੋਂ ਸੈਸ਼ਨ ਦੇ ਵਿੱਚ ਆਏ, ਸੈਸ਼ਨ ਦੇ ਵਿੱਚ ਰਾਜ ਸਭਾ ਦੇ ਵਿੱਚ ਇਹਨਾਂ ਦੀ ਮੈਜੋਰਟੀ ਨਹੀਂ ਹੈਗੀ। ਬਿਲਕੁਲ ਵੱਡੀ ਗੱਲ ਹੈ। ਦੇਖੋ ਕਿੰਨੀ ਮੈਨੂੰ ਕੀ ਇਹਨੂੰ ਮੈਂ ਸ਼ਬਦਾਵਲੀ 'ਚ ਕੀ ਵਰਤਾਂ, ਗੁੰਡਾਗਰਦੀ ਨਹੀਂ। ਉੱਥੇ ਮੈਜੋਰਟੀ ਹੈ ਨਹੀਂ, ਵਿਦਆਊਟ ਐਨੀ ਮੈਜੋਰਟੀ ਤੁਸੀਂ ਵਰਬਲੀ ਤੁਸੀਂ ਜਿਹੜੀ ਵੋਟਿੰਗ ਕਰਵਾ ਕੇ, ਔਰ ਉਹਦੇ ਵਿੱਚ ਤੁਸੀਂ ਵਰਬਲੀ ਵੋਟਿੰਗ ਦੀ ਲੋੜ ਕਿਉਂ ਪੈ ਗਈ? ਜਦੋਂ ਤੁਹਾਡੀ ਮੈਜੋਰਟੀ ਨੇ, ਤੁਸੀਂ ਕਿਵੇਂ ਬਿੱਲ ਪਾਸ ਕਰਤੇ ਜੀ? ਆਰਡੀਨੈਂਸ ਤੋਂ ਬਿੱਲ ਬਣੇ, ਬਿੱਲ ਤੋਂ ਐਕਟ ਬਣ ਗਿਆ, ਐਕਟ ਬਣ ਕੇ ਲਾ ਬਣ ਗਿਆ। ਸਹੀ ਲਾ ਬਣ ਕੇ ਲਾ ਲਿਆਂਦਾ। ਇਟ ਮੀਨਸ ਕਿ ਇਹਨਾਂ ਦੀ ਨੀਤ ਮਾੜੀ ਸੀ, ਇੰਟੈਂਸ਼ਨ ਮਾੜੀ ਸੀ। ਲੋਕਡਾਊਨ ਦੇ ਵਿੱਚ ਪਤਾ ਨਾ ਲੱਗੇ ਲੋਕਾਂ ਨੂੰ ਲਾ ਲਿਆ ਕੇ ਰੱਖਤਾ ਇਹਨਾਂ ਨੇ। ਲਾ ਚੱਲਿਆ, ਮੁੜ ਕੇ ਹੌਲੀ ਹੌਲੀ ਜਦੋਂ ਬਾਹਰ ਨਿਕਲੀ ਗੱਲ ਕਿ ਇਹਨਾਂ ਨੇ ਬੜੀ ਚਾਲ ਖੇਡ ਕੇ, ਬੜੀ ਘਿਨਾਉਣੀ ਚਾਲ ਖੇਡ ਕੇ ਇਹ ਬਿੱਲ ਲੈ ਕੇ ਆਏ, ਉਹਨੂੰ ਕਾਨੂੰਨ ਬਣਾਤਾ। ਤਿੰਨੇ ਜਿਹੜੇ ਕਾਨੂੰਨ ਨੇ ਕਾਲੇ ਕਾਨੂੰਨ ਨੇ। ਹੁਣ ਮੈਂ ਤੁਹਾਨੂੰ ਕਾਨੂੰਨਾਂ ਦੀ ਗੱਲ, ਮੈਂ ਇੱਕ ਇੱਥੇ ਸਵਾਲ ਹੋਰ ਜੋੜਨਾ ਚਾਹੂੰਗਾ। ਤੁਸੀਂ ਜੁਡੀਸ਼ਰੀ ਨਾਲ ਜੁੜੇ ਹੋਏ ਹੋ, ਜੁਡੀਸ਼ਰੀ ਦੇ ਲੈਵਲ ਤੇ ਕਿਸ ਹੱਦ ਤੱਕ ਤੇ ਕਿਵੇਂ ਆਪਾਂ ਇਹਨੂੰ ਚੈਲੰਜ ਕਰ ਸਕਦੇ ਹਾਂ? ਦੇਖੋ ਗੱਲ ਇਦਾਂ ਹੈ, ਕੋਈ ਵੀ ਕਾਨੂੰਨ ਹੈ ਉਹਦੇ ਵਾਸਤੇ ਜਦੋਂ ਕੋਈ ਸੈਸ਼ਨ ਬੈਠਦਾ, ਮੈਜੋਰਟੀ ਹੋਣੀ ਚਾਹੀਦੀ ਹੈ। ਆਪਣਾ ਲੋਕ ਸਭਾ ਦੇ ਵਿੱਚ, ਲੋਕ ਸਭਾ ਦੇ ਵਿੱਚ ਲਗਭਗ 550 ਮੈਂਬਰ ਨੇ, ਥਰੂ ਇੰਡੀਆ ਸਾਰੇ ਇਕੱਠੇ ਹੋ ਕੇ ਇਲੈਕਟਡ ਹੋ ਕੇ ਆਉਂਦੇ, ਇਲੈਕਟਡ ਬੋਡੀ ਆ। ਸੈਸ਼ਨ ਦੇ ਵਿੱਚ ਬੈਠ ਕੇ ਤੁਸੀਂ ਕਿਸੇ ਨੂੰ ਕੋਈ ਵੀ ਬਿੱਲ ਪ੍ਰਪੋਜ਼ ਕਰਦੇ ਹੋ, ਉਹਦੇ ਵਿੱਚ ਉਹ ਲਾ ਬਣਦਾ, ਮੁੜ ਕੇ ਉਹਦੇ ਉੱਪਰ ਪ੍ਰੈਜ਼ੀਡੈਂਟ ਦੀ ਮੋਹਰ ਲੱਗਦੀ ਹੈ। ਜਦੋਂ ਪ੍ਰੈਜ਼ੀਡੈਂਟ ਦੀ ਮੋਹਰ ਲੱਗ ਜਾਂਦੀ ਹੈ ਤਾਂ ਉਹ ਕਾਨੂੰਨ ਬਣ ਜਾਂਦਾ, ਐਕਟ ਪਾਸ ਹੋ ਜਾਂਦਾ, ਤਾਂ ਉਹ ਐਪਲੀਕੇਬਲ ਹੋ ਜਾਂਦਾ ਵਿਦ ਦੀ ਕੰਸਰਨ ਸਟੇਟਸ ਆਫ ਦੀ ਡੈਟ ਟੈਰੀਟਰੀ ਔਰ ਇੰਡੀਆ ਜਿੱਥੇ ਵੀ ਹੈਗਾ, ਜਿਵੇਂ ਜਿੱਥੇ ਸਾਡਾ ਕੰਸਟੀਟਿਊਸ਼ਨ ਸਾਡਾ ਲਾ ਲਾਗੂ ਹੁੰਦਾ। ਉਹਦੇ ਵਾਸਤੇ ਇਹਨਾਂ ਦੇ ਕਾਨੂੰਨ ਦੇ ਵਿੱਚ ਕੀ ਲਿਖਿਆ? ਹੁਣ ਤੱਕ ਦੱਸੋ ਕਦੇ ਪੰਜਾਬ ਦੇ ਵਿੱਚ ਐਗਰੀਕਲਚਰ ਦੇ ਵਿੱਚ ਕਦੀ ਕੋਈ ਖੜੋਤ ਆਈ ਹੈ? ਪੰਜਾਬ ਨੇ, ਹਰਿਆਣੇ ਨੇ, ਯੂਪੀ ਨੇ, ਸਾਰੇ ਜਿੱਥੇ ਜਿੱਥੇ ਐਮਐਸਪੀ ਆ ਉਹਨੇ ਸਾਰੇ ਇੰਡੀਆ ਦਾ ਢਿੱਡ ਭਰਿਆ, ਭੁੱਖੇ ਨੂੰ ਰਜਾਇਆ। ਪੰਜਾਬ ਦਾ ਕਿਸਾਨ, ਮੇਰੇ ਹਰਿਆਣੇ ਦਾ ਕਿਸਾਨ, ਮੇਰੇ ਯੂਪੀ ਦਾ ਕਿਸਾਨ ਆਪ ਭੁੱਖਾ ਰਹਿ ਕੇ, ਆਪ ਤੰਗੀਆਂ ਤੁਰਸ਼ੀਆਂ ਜਰ ਕੇ, ਆਪ ਉਹਨੇ ਸਾਰੀ ਦੁਨੀਆ ਦਾ ਢਿੱਡ ਭਰਿਆ। ਇਹਨਾਂ ਨੇ ਕਰਿਆ ਕੀ ਹੈ? ਉਹਦੇ ਵਿੱਚ ਐਮਐਸਪੀ ਖਤਮ ਕਰਤੀ। ਹੋਰ ਦੱਸੋ ਕਾਨੂੰਨ 'ਚ ਹੈ ਕੀ ਹੈ? ਐਕਚੁਅਲੀ ਇਹ ਕਾਨੂੰਨ ਹੈਗੇ ਨੇ, ਸ਼ਹਿਦ ਦੇ ਵਿੱਚ ਜ਼ਹਿਰ ਮਿਲਾ ਕੇ ਸਾਨੂੰ ਦਿੱਤਾ ਜਾ ਰਿਹਾ। ਸ਼ਹਿਦ ਦੇ ਵਿੱਚ ਤੂੰ ਜ਼ਹਿਰ ਮਿਲਾ ਕੇ ਦੇਂਗੋ, ਬੰਦੇ ਨੇ ਮਰਨਾ ਹੀ ਹੈ। ਦਿਖਾਇਆ ਜਾ ਰਿਹਾ ਸ਼ਹਿਦ ਹੈ, ਦਿਖਾਉਣ ਨੂੰ ਕੁਝ ਹੋਰ ਹੈ, ਕਿਉਂਕਿ ਉਹ ਆਪ ਮੋਦੀ ਕਹਿੰਦਾ ਜੋ ਦਿਖਤਾ ਉਹ ਵਿਕਤਾ ਹੈ। ਦਿਖਾਇਆ ਕੁਝ ਹੋਰ ਜਾ ਰਿਹਾ, ਕਿਉਂਕਿ ਬੇਸਿਕਲੀ ਉਹਨੂੰ ਪੁੱਛੋ ਤੂੰ ਕੋਈ ਬਿਜ਼ਨਸਮੈਨ ਹੈ? ਐਕਚੁਅਲੀ ਕੀ ਹੈ ਨਾ, ਹੀ ਇਜ਼ ਦਾ ਇਲੈਕਟਿਡ ਡਿਕਟੇਟਰ। ਐਗਜ਼ੈਕਟਲੀ ਉਹ ਡਿਕਟੇਟਰਸ਼ਿਪ ਚਲਾ ਰਿਹਾ। ਇਟਸ ਨੋਟ ਏ ਡੈਮੋਕ੍ਰੇਸੀ। ਇਹ ਹੈ ਕੋਈ ਲੋਕਤੰਤਰ ਨਹੀਂ ਹੈ। ਉਹ ਡਿਕਟੇਟਰ ਬਣਿਆ ਹੋਇਆ ਤੇ ਉੱਥੋਂ ਇਲੈਕਟ ਕਰਕੇ ਇਲੈਕਟਡ ਹੋਇਆ। ਫਿਰ ਉਹਨਾਂ ਨੇ ਕਾਨੂੰਨ ਦੇ ਵਿੱਚ ਕੀ ਹੋਇਆ? ਕਾਨੂੰਨ ਦੇ ਵਿੱਚ ਐਮਐਸਪੀ ਤਾਂ ਖਤਮ ਕਰਤੀ ਤੁਸੀਂ। ਫਿਰ ਕਹਿੰਦੇ ਸੀ ਐਮਐਸਪੀ ਖਤਮ ਨਹੀਂ ਕੀਤੀ, ਤੁਹਾਨੂੰ ਦਵਾਂਗੇ, ਪਰ ਅਸੀਂ ਕਣਕ ਜਾਂ ਤੁਹਾਡਾ ਝੋਨਾ ਖਰੀਦਣਾ ਨਹੀਂ। ਇਹ ਤਾਂ ਉਹ ਗੱਲ ਹੋ ਗਈ। ਬੰਦਾ ਕਹਿੰਦੇ ਕਿਸੇ ਦੁਕਾਨ ਤੇ ਗਿਆ,
ਉੱਥੇ ਜਾ ਕੇ ਉਹਨੇ ਕਹਿੰਦਾ ਜੀ ਮੈਨੂੰ ਤੁਹਾਡੇ ਬੂਟ ਚਾਹੀਦੇ ਨੇ, ਬੂਟਾਂ ਦਾ ਜੋੜਾ ਚਾਹੀਦਾ। ਕਹਿੰਦੇ ਜੀ ਕਿੰਨੇ ਦਾ? ਉਹ ਕਹਿੰਦਾ ਜੀ 2000 ਦਾ। ਉਹ ਕਹਿੰਦੇ ਵੀ ਗੱਲ ਸੁਣੋ, ਫਲਾਣੀ ਦੁਕਾਨ ਦੇ ਵਿੱਚ ਇਹ ਬੂਟਾਂ ਦਾ ਜੋੜਾ 200 ਰੁਪਏ ਦਾ ਮਿਲਦਾ। ਉਹ ਕਹਿੰਦਾ ਜੀ ਫਿਰ ਉੱਥੋਂ ਲਿਆ ਕਿਉਂ ਨਹੀਂ? ਉਹ ਕਹਿੰਦੇ ਜੀ ਉੱਥੇ ਉਹਨਾਂ ਕੋਲ ਬੂਟ ਖਤਮ ਹੋ ਗਏ ਤਾਂ ਨਹੀਂ ਲਿਆ ਹੈਗਾ। ਉਹ ਕਹਿੰਦਾ ਸਰਦਾਰ ਜੀ ਜਿੱਦਣ ਮੇਰੇ ਕੋਲ ਬੂਟ ਖਤਮ ਹੋਣਗੇ ਨਾ, ਮੈਂ ਤੁਹਾਨੂੰ 50 ਰੁਪਏ ਦਾ ਦਵਾਂਗਾ। ਕੀ ਬਾਤ ਆ ਚੀਜ਼ ਹੈ ਵੀ ਮੇਰੇ ਕੋਲ ਮੈਂ ਖਰੀਦਣੀ ਹੈ ਨਹੀਂ, ਐਮਐਸਪੀ ਲਾ ਰਿਹਾ ਮੈਂ। ਐਮਐਸਪੀ ਲਾ ਰਹੇ ਹਾਂ। What is this the nonsense? Exactly. Is it a decision of the electoral government? Exactly. Government ਕੀ decision ਹੈ ਇਹਨੂੰ ਦੱਸੋ ਵੀ ਮੈਂ ਤੁਹਾਨੂੰ ਐਮਐਸਪੀ ਲਾਤੀ ਬਟ ਮੈਂ ਲੈਣਾ ਨਹੀਂ। ਸੈਕੰਡਲੀ ਅੱਗੇ ਆ ਜਾਓ, ਫਿਰ ਜਿਹੜਾ ਇਹਦਾ ਕੋਈ ਡਿਸਪਿਊਟ ਹੋਏਗਾ, ਮੈਂ ਖੁਦ ਐਡਵੋਕੇਟ ਨਾਲ ਪ੍ਰੈਕਟਿਸ ਕਰਦਾ ਹਾਈ ਕੋਰਟ ਤੱਕ, ਇਹਦਾ ਵਿੱਚ ਕੋਈ ਵੀ ਜੁਡੀਸ਼ਰੀ ਕਾਦੇ ਵਾਸਤੇ ਹੈ? ਜਿਹੜੇ ਜੁਡੀਸ਼ਰੀ ਆਫੀਸਰਸ ਅਪਾਇੰਟ ਕੀਤੇ ਹੋਏ ਨੇ, ਜੱਜਿਸ ਅਪਾਇੰਟ ਕੀਤੇ ਨੇ, ਭਾਵੇਂ ਕੋਈ ਰੈਵਨਿਊ ਜੱਜਿਸ, ਰੈਵਨਿਊ ਕੋਰਟਸ ਹੈਗੀਆਂ ਨੇ, ਕੋਈ ਲੈਂਡ ਰੈਵਨਿਊ ਦਾ ਡਿਸਪਿਊਟਡ ਕੇਸ ਹੁੰਦਾ, ਉਹਦੇ ਵਿੱਚ ਆਉਂਦਾ। ਸਾਡਾ ਕੋਈ ਇੱਕ ਪਰਮਾਨੈਂਟ ਇੰਜੈਕਸ਼ਨ ਦਾ ਸੂਟ ਪਾਣਾ ਹੋਵੇ ਨਾ, ਇੱਕ ਕਿਸੇ ਦੁਕਾਨ ਦੱਬ ਲਈ ਹੋਵੇ, ਕਿਸੇ ਦਾ ਕੋਈ ਮਾੜੀ ਮੋਟੀ ਕਿਸੇ ਜ਼ਿਮੀਂਦਾਰ ਦੀ ਵੱਟ ਦੱਬ ਲੈ ਨਾ, ਉਹਦੇ ਵਾਸਤੇ ਸੂਟ ਫੋਰ ਡੈਕਲੇਰੇਸ਼ਨ ਜਾਂ ਸੂਟ ਫੋਰ ਪਰਮਾਨੈਂਟ ਇੰਜੈਕਸ਼ਨ ਫਾਈਲ ਹੁੰਦਾ ਸਿਵਲ ਕੋਰਟ ਦੇ ਵਿੱਚ। ਸਿਵਲ ਕੋਰਟ ਕੋ ਰਾਈਟ ਹੁੰਦਾ। ਇਹਨਾਂ ਨੇ ਸਿਵਲ ਕੋਰਟ ਦੇ ਕੋਲ ਸਾਰੇ ਰਾਈਟ ਖੋਲੇ, ਅਧਿਕਾਰ ਸਾਰੇ ਖੋਲੇ ਹੋਏ ਨੇ। ਉਹਦੀ ਕਹਿੰਦੇ ਜੀ ਕੇਸ ਪਏਗਾ ਐਸਡੀਐਮ ਕੋਲ, ਦੈਟ ਇਜ਼ ਸਬ ਡਿਵੀਜ਼ਨਲ ਮੈਜਿਸਟ੍ਰੇਟ ਕੋਲ। ਤੇ ਜਿਹੜੇ ਐਸਡੀਐਮ ਜਿਹੜੀ ਰੈਵਨਿਊ ਕੋਰਟਸ ਹੁੰਦੀਆਂ, ਭਾਵੇਂ ਉਹ ਤਹਿਸੀਲਦਾਰ ਹੈ, ਭਾਵੇਂ ਉਹ ਐਸਡੀਐਮ ਹੈ, ਭਾਵੇਂ ਉਹ ਏਡੀਸੀ ਹੈ, ਤੇ ਭਾਵੇਂ ਉਹ ਡਿਪਟੀ ਕਮਿਸ਼ਨਰ, ਭਾਵੇਂ ਕਮਿਸ਼ਨਰ ਹੈ, ਉਹ ਐਕਚੁਅਲੀ ਕੀ ਹੁੰਦਾ, ਜਿਹਦੀ ਸਰਕਾਰ ਹੁੰਦੀ ਹੈ ਉਹਦੇ ਲਗਾਏ ਹੁੰਦੇ ਨੇ। ਦੇ ਆਰ ਅਪਾਇੰਟਡ ਬਾਈ ਦੀ ਲੋਕਲ ਐਮਐਲਏਸ, ਐਮਪੀਸ ਔਰ ਦੀ ਵਿਦਿਨ ਟੈਰੀਟਰੀ ਆਫ ਦੀ ਡੈਟ ਸਟੇਟ ਗਵਰਨਮੈਂਟ, ਉਹਨਾਂ ਨੇ ਅਪਾਇੰਟ ਕੀਤੇ ਹੁੰਦੇ ਨੇ। ਤੁਸੀਂ ਦੇਖੋ ਅਕਸਰ ਲੰਬੜਦਾਰੀ ਦੇ ਕੇਸ ਨੇ, ਜਾਂ ਸਾਡੀ ਤਕਸੀਮ ਦੇ ਕੇਸ ਨੇ, ਜਾਂ ਸਾਡੇ ਉਹਦੇ ਵਿੱਚ ਜਿੰਨੂੰ ਕੋਈ ਲੀਡਰ ਸਿਫਾਰਿਸ਼ ਕਰਦੇ ਹੋ ਮੰਨੇ ਜਾਂਦਾ। ਐਸਡੀਐਮ ਦੇ ਕੋਲ ਤੁਸੀਂ ਨੂੰ ਜੁਰਿਸਡਿਕਸ਼ਨ ਉਹਨੂੰ ਦੇਤੀ, ਪਾਵਰਾਂ ਦੇਤੀਆਂ, ਉਹ ਕਰਨਗੇ ਕੀ? ਉੱਪਰੋਂ ਪ੍ਰੈਸ਼ਰ ਆ ਜਾਣਾ ਜੀ, ਫਲਾਣੇ ਐਮਪੀ ਸਾਹਿਬ ਦਾ, ਐਮਐਲਏ ਸਾਹਿਬ ਦਾ ਫੋਨ ਆ ਗਿਆ, ਫਲਾਣੇ ਸੀਐਮ ਦਾ ਸਾਹਿਬ ਦਾ ਫੋਨ ਆ ਗਿਆ, ਸੈਂਟਰ ਤੋਂ ਫੋਨ ਆ ਗਿਆ ਜੀ, ਇਹ ਉਹਨਾਂ ਦੇ ਹੱਕ 'ਚ। ਕਿਸਾਨ ਵਿਚਾਰਾ ਦੱਸੋ ਕਿੱਥੇ ਜਾਵੇ? ਕਿਸਾਨ ਮਰ ਗਿਆ। ਜੇ ਸਿਵਲ ਕੋਰਟ ਕੋ ਪਾਵਰਾਂ ਦਿੱਤੀਆਂ ਹੁੰਦੀਆਂ, ਇੰਟੈਂਸ਼ਨ ਮਾੜੀ ਹੈ ਨਾ। ਮੇਰੀ ਗੱਲ ਜਿੱਥੋਂ ਸ਼ੁਰੂ ਹੋਈ ਸੀ ਮੈਂ ਉੱਥੇ ਖਤਮ ਕਰ ਮਾੜੀ ਹੈ। ਜੇ ਤੁਹਾਡੀ ਇੰਟੈਂਸ਼ਨ ਮਾੜੀ ਹੈ ਤਾਂ ਪਾਲਿਸੀ ਮਾੜੀ ਹੈ। ਸਿਵਲ ਕੋਰਟ ਕੋਲ ਕਿਉਂ ਨਹੀਂ ਪਾਵਰਾਂ ਦਿੱਤੀਆਂ ਹੈਗੀਆਂ? ਕਿਉਂਕਿ ਸਿਵਲ ਕੋਰਟ ਕੋਲ ਪਾਵਰ ਨਹੀਂ ਹੈਗੀ। ਇਸ ਗੱਲ ਕਰਕੇ ਐਸਡੀਐਮ ਕੋਲ ਪਾਵਰ ਹੈ, ਉਹਨਾਂ ਨੇ ਤੁਹਾਡੇ ਹੱਕ 'ਚ ਕਰਨਾ ਹੀ ਨਹੀਂ, ਉੱਥੇ ਸਰਕਾਰ ਦੀ ਚੱਲਣੀ ਹੈ। ਕੀ ਬਾਤ ਇਹ ਹੈਗਾ। ਇੱਕ ਖਾਸ ਗੱਲ ਇਹ ਹੈ ਸਰ, ਤੁਸੀਂ ਮੈਨੂੰ ਇੰਡੀਅਨ ਕਾਨੂੰਨ ਸਿਸਟਮ ਦੇ ਵਿੱਚ ਕਦੇ ਕੋਈ ਕਾਨੂੰਨ ਦਿਖਾ ਦਿਓ ਜਿੱਥੇ ਝਗੜੇ ਨੂੰ ਕੋਰਟ ਦੇ ਵਿੱਚ ਜਾਣ ਤੋਂ ਰੋਕਿਆ ਜਾਂਦਾ ਹੈ। ਬਿਲਕੁਲ। ਇਹ ਪਹਿਲਾ ਕਾਨੂੰਨ ਪਾਸ ਹੋਇਆ, ਮੈਨੂੰ ਇਹ ਸਮਝ ਤੋਂ ਮੇਰੀ ਤੋਂ ਬਾਹਰ ਹੈ ਵੀ ਕਿਸੇ ਝਗੜੇ ਦੀ ਸੂਰਤ 'ਚ ਤੁਸੀਂ ਕੋਰਟ ਕਿਉਂ ਨਹੀਂ ਜਾ ਸਕਦੇ। ਸਭ ਤੋਂ ਜਿਹੜੀ ਇੰਟੈਂਸ਼ਨ ਮਾੜੀ ਦਾ ਕਾਰਨ ਤੁਹਾਨੂੰ ਦਿਖਦਾ ਨਾ, ਜਿਹੜਾ ਵੀਰ ਜੀ ਨੇ ਗੱਲ ਕੀਤੀ ਹੈ, ਉਹ ਇਹੀ ਹੈ ਵੀ ਕੋਰਟ ਜਾਣ ਦਾ ਅਧਿਕਾਰ ਤੋਂ ਲਿਆ ਜਾ ਰਿਹਾ ਹੈ। ਤਾਂ ਇਹਦਾ ਮਤਲਬ ਕੀ ਬਣਦਾ ਹੈ? ਇਹਦਾ ਮਤਲਬ ਸਿੱਧਾ ਜਿਹੜਾ ਇਹਨਾਂ ਨੇ ਕਿਹਾ ਵੀ ਡਿਕਟੇਟਰਸ਼ਿਪ ਬਣਦਾ ਹੈ। ਬਿਲਕੁਲ। ਤੁਸੀਂ ਕਰੋਗੇ ਕੀ? ਕਿਸਾਨ ਜਾਊਗਾ ਕਿੱਥੇ? ਬਿਲਕੁਲ, ਉਹ ਇੱਕ ਤਰ੍ਹਾਂ ਦਾ ਇਲੈਕਟਡ ਡਿਕਟੇਟਰਸ਼ਿਪ ਵਾਲਾ ਮਾਮਲਾ ਹੋ ਗਿਆ। ਬਿਲਕੁਲ। ਵਕੀਲ ਸਾਹਿਬ, ਮੈਂ ਤੁਹਾਡੇ ਤੋਂ ਇੱਕ ਹੋਰ ਗੱਲ ਜਾਣਨੀ ਚਾਹੂੰਗਾ ਕਿ ਮੈਂ 11 ਕਿਲੋਮੀਟਰ ਲੰਮਾ ਜਾਮ ਇਹ ਪਹਿਲੀ ਵਾਰ ਦੇਖਿਆ ਇੱਥੇ, ਤੇ ਜ਼ਿੰਦਗੀ ਦੇ ਵਿੱਚ ਮੈਂ ਸੁਣਿਆ ਹੀ ਸੀ ਕਿ ਜਿਹੜੀ ਸਾਡੀ ਸਿੱਖ ਕੌਮ ਆ ਉਹਨੇ ਵੱਡੇ ਵੱਡੇ ਸੰਘਰਸ਼ ਲੜੇ ਨੇ। ਆਪਾਂ ਅਕਸਰ ਅਰਦਾਸ 'ਚ ਵੀ ਸੁਣਦੇ ਹਾਂ, ਪੜ੍ਹਦੇ ਹਾਂ ਕਿ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਬਹੁਤ ਵੱਡੀਆਂ ਵੱਡੀਆਂ ਕੁਰਬਾਨੀਆਂ ਹੋਈਆਂ। ਪਹਿਲੀ ਵਾਰ ਇਸ ਇਤਿਹਾਸ ਨੂੰ ਮੈਂ ਅੱਖਾਂ ਸਾਹਮਣੇ ਦੇਖ ਰਿਹਾ। ਤੁਹਾਨੂੰ ਲੱਗਦਾ ਕਿ ਸਾਡੀ ਆਉਣ ਵਾਲੀ ਪੀੜ੍ਹੀ ਲਈ ਇਹ ਜਿਹੜਾ ਮੌਕਾ ਹੈ, ਜਾਂ ਇਹ ਜੋ ਵੀ ਬੀਤ ਰਿਹਾ ਹੈ, ਜੋ ਅੱਜ ਹੋ ਰਿਹਾ ਹੈ, ਇਹ ਇੱਕ ਬਹੁਤ ਵੱਡੀ ਆਉਣ ਵਾਲੀ ਪੀੜ੍ਹੀ ਦੇ ਲਈ ਸਿੱਖ ਹੋਊਗੀ? ਵੇਖੋ, ਹਿਸਟਰੀ ਰਿਪੀਟਸ ਇਟਸੈਲਫ। ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ। ਅਸੀਂ ਉਸ ਇਤਿਹਾਸ ਦੇ ਵਾਰਸ ਹਾਂ ਜਿਸ ਇਤਿਹਾਸ ਦੇ ਵਿੱਚ ਗੁਰੂ ਨਾਨਕ ਸਾਹਿਬ ਤੋਂ ਸ਼ੁਰੂ ਕਰ ਲਈਏ, ਜਿਨ੍ਹਾਂ ਨੇ ਬਾਬਰ ਨੂੰ ਜਾਬਰ ਕਿਹਾ। ਤੇ ਇੱਕ ਮੈਂ ਹੋਰ ਦੱਸਦਾ ਤੁਹਾਡੇ ਮਾਧਿਅਮ ਰਾਹੀਂ, ਇਹ ਲੜਾਈ ਗੁਰੂ ਨਾਨਕ ਸਾਹਿਬ ਨੇ ਬਾਬਰ ਨੂੰ ਜਾਬਰ ਕਹਿ ਕੇ ਸ਼ੁਰੂ ਕਰਤੀ ਸੀ। ਉਸ ਤੋਂ ਬਾਅਦ ਗੁਰੂ ਅਰਜਨ ਸਾਹਿਬ, ਤੇ ਕਈ ਵਾਰ ਅਕਸਰ ਗੱਲ ਕਰਦੇ ਹਾਂ ਕਿ ਗੁਰੂ ਨਾਨਕ ਸਾਹਿਬ ਨੇ ਕੋਈ ਬੜੀ ਸ਼ਕਤੀ ਵਾਲੀ ਗੱਲ ਨਹੀਂ ਕਰੀ, ਉਹਨਾਂ ਨੇ ਬੜਾ ਪੀਸਫੁਲੀ ਗੱਲ ਕੀਤੀ ਹੋਈ ਹੈ। ਅਕਸਰ ਅਸੀਂ ਵੰਡ ਪਾਉਂਦੇ ਹਾਂ, ਜਦ ਕਿ ਜੋਤ ਇੱਕ ਹੈ। ਬਿਲਕੁਲ, ਜੋਤ ਇੱਕ ਹੈ। ਗੁਰੂ ਨਾਨਕ ਸਾਹਿਬ ਤੋਂ ਲੈ ਕੇ ਧੰਨ ਗੁਰੂ ਗੋਬਿੰਦ ਸਾਹਿਬ ਤੱਕ ਇੱਕੋ ਜੋਤ ਚੱਲੀ ਆਈ ਹੈ। ਮੈਂ ਤੁਹਾਨੂੰ ਦੱਸਦਾ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ਬਦ ਹੁੰਦਾ, ਜੋ ਤੋਂ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੋਰੀ ਆਓ, ਇਹ ਮਾਰਗ ਪੈਰ ਧਰੀਜਾ, ਸਿਰ ਦੀਜਾ ਕਾਣ ਨਾ ਕੀਜਾ। ਇਹ ਸ਼ਬਦ ਪਾਤਸ਼ਾਹ ਦਾ, ਤੇ ਗੁਰੂ ਨਾਨਕ ਪਾਤਸ਼ਾਹ ਸਿਰ ਦੇਣ ਦੀ ਗੱਲ ਕਰ ਰਹੇ ਨੇ, ਸਿਰ ਤਲੀ ਤੇ ਧਰ ਕੇ ਆਉਣ ਦੀ ਗੱਲ ਕਰਦੇ ਨੇ। ਕਿਉਂ? ਗੁਰੂ ਨਾਨਕ ਸਾਹਿਬ ਇਹਨੇ ਕਮਾਲ ਦੇ ਰੈਵੋਲੂਸ਼ਨਰੀ ਆਗੂ ਹੋਏ ਨੇ, ਧਾਰਮਿਕ ਸਪਿਰਿਚੁਅਲੀ ਆਪ ਨਾਰਾਇਣ ਕਲਾਧਰ ਜਗ ਮੇ ਪਰਵਰਿਓ। ਉਸ ਤੋਂ ਬਾਅਦ ਗੁਰੂ ਅਰਜਨ ਸਾਹਿਬ ਨੇ ਕਰਕੇ ਦਿਖਾਇਆ, ਤੱਤੀ ਤਵੀ ਦੇ ਉੱਪਰ ਬੈਠੇ ਨੇ। ਸਬਰ ਜ਼ਬਰ ਦਾ ਮੁਕਾਬਲਾ ਸਬਰ ਦੇ ਨਾਲ। ਜਦੋਂ ਕੋਈ ਜ਼ਾਲਮ ਜ਼ਬਰ ਕਰਦਾ ਨਾ, ਅਸੀਂ ਉਹਦਾ ਮੁਕਾਬਲਾ ਸਬਰ ਦੇ ਨਾਲ ਕਰਦੇ ਹਾਂ। ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਆਉਂਦੇ ਨੇ, ਉਹਨਾਂ ਨੇ ਮੀਰੀ ਤੇ ਪੀਰੀ ਦੀਆਂ 2 ਕਿਰਪਾਨਾਂ ਪਹਿਨੀਆਂ।
ਫਿਰ ਮੀਰੀ ਪੀਰੀ ਦੀ ਕਿਰਪਾਨ ਪਹਿਨ ਕੇ ਉਹਨਾਂ ਨੇ ਲਿਖਿਆ ਇੱਕ ਮੀਰੀ ਦੀ ਹੈ, ਇੱਕ ਰਾਖੀ ਕਰੇ ਫਕੀਰੀ ਦੀ, ਇੱਕ ਵਜ਼ੀਰ ਦੀ, ਇੱਕ ਸਾਡੀ ਸਲਤਨਤ ਦਾ। ਉੱਥੇ ਉਹਨਾਂ ਨੇ ਚਿੰਨ੍ਹ ਲਿਆਂਦੇ, ਆਜ਼ਾਦ ਸਲਤਨਤ ਦੀ ਨਿਸ਼ਾਨੀ ਹੈ ਬਾਜ, ਨਿਸ਼ਾਨ ਸਾਹਿਬ, ਨਗਾਰਾ, ਇਹ ਲੈ ਕੇ ਆਂਦਾ। ਕਿਉਂਕਿ ਸਟੇਟ ਵਰਸਸ ਸਟੇਟ ਦੀ ਗੱਲ ਹੈ। ਅਕਾਲ ਤਖਤ ਬਣਾਇਆ, ਦੈਟ ਇਜ਼ ਅਕਾਲ ਤਖਤ ਕੀ ਹੈ? ਸਟੇਟ ਵਰਸਸ ਸਟੇਟ। ਜਿੱਥੇ ਦਿੱਲੀ ਦੀ, ਕਿਉਂਕਿ ਹਮ ਰਾਖਤ ਪਾਤਸ਼ਾਹੀ ਦਾਵਾ, ਜੇ ਦਿੱਲੀ ਦੀ ਸਟੇਟ ਹੈ ਨਾ ਆਪਣੇ ਆਪ ਨੂੰ ਕਹਿੰਦੀ ਤਖਤ ਹੈ, ਮੈਂ ਤਖਤ ਹੈ, ਜੇ ਉਹ ਦਿੱਲੀ ਦੇ ਬਾਦਸ਼ਾਹ ਕਹਾਉਂਦਾ ਸੀ, ਬਾਬਰ ਤੋਂ ਬਾਅਦ ਅਕਬਰ, ਹਮਾਯੂ ਆਇਆ, ਅਕਬਰ ਆਇਆ, ਜਹਾਂਗੀਰ ਆਇਆ, ਸ਼ਾਹਜਹਾਂ ਆਇਆ, ਔਰੰਗਜ਼ੇਬ ਆਇਆ, ਜੇ ਉਹ ਦਿੱਲੀ ਦਾ ਆਪਣੇ ਨੂੰ ਬਾਦਸ਼ਾਹ ਕਹਾਉਂਦਾ ਸੀ ਤਾਂ ਪੈਰਲਲ ਉਹਦੇ ਸਟੇਟ ਚਲਾਈ। ਤਾਂ ਉਹਦੇ ਵਿੱਚ ਅੰਮ੍ਰਿਤਸਰ ਸਾਹਿਬ ਸ੍ਰੀ ਅਕਾਲ ਤਖਤ ਬਣਾਇਆ ਕਿ ਅਸੀਂ ਸਟੇਟ ਵਰਸਸ ਸਟੇਟ ਦੀ ਟੱਕਰ ਹੈ। ਜੇ ਉਹ ਬਾਦਸ਼ਾਹ ਤਾਂ ਇਹ ਵਕਤ ਦਾ ਬਾਦਸ਼ਾਹ, ਇਧਰ ਪਾਤਸ਼ਾਹ, ਸੱਚਾ ਪਾਤਸ਼ਾਹ। ਤੇ ਉਹ ਤੁਹਾਨੂੰ ਪਤਾ ਹੁਣ ਉੱਥੇ ਆ ਕੇ ਕਿੰਨੇ ਟਕਾ ਸੁੱਟਿਆ ਸਮਝ ਕੇ ਬਾਦਸ਼ਾਹ ਜਹਾਂਗੀਰ ਦੇ ਅੱਗੇ। ਉਹ ਮੁੜ ਕੇ ਜਦੋਂ ਪਤਾ ਲੱਗਿਆ ਵੀ ਇਹ ਨਹੀਂ ਬਾਦਸ਼ਾਹ, ਮੈਂ ਤਾਂ ਪਾਤਸ਼ਾਹ ਕੋ ਜਾਣਾ ਸੀ, ਟਕਾ ਚੁੱਕ ਲਿਆ ਉਹਨੇ। ਉਹ ਕਹਿੰਦੇ ਨਹੀਂ ਵੀ ਮੇਰੇ ਕੋਲ ਰੱਖ ਦੇ, ਇੱਥੇ ਰੱਖ ਦੋ, ਵੀ ਮੈਂ ਜੋ ਕਹਾਂਗਾ ਤੈਨੂੰ ਦੇਣ ਨੂੰ ਤਿਆਰ ਹੈ। ਕਹਿੰਦੇ ਨਾ ਨਾ, ਇਹ ਜਿਹੜਾ ਟਕਾ ਹੈ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਅੱਗੇ ਜਾਏਗਾ। ਤੂੰ ਵਕਤ ਦਾ ਬਾਦਸ਼ਾਹ ਹੋ ਸਕਦਾ, ਤੂੰ ਪਾਤਸ਼ਾਹ ਨਹੀਂ, ਸੱਚੇ ਪਾਤਸ਼ਾਹ ਦਾ। ਇੱਥੇ ਤਾਂ ਇੱਕ ਘਾਈ ਇੱਕ ਪੰਡ ਪਿੱਛੇ ਆਪਣੇ ਟਕਾ ਚੁੱਕ ਲੈਂਦਾ। ਇਹ ਅਣਖ ਦੀ ਗੱਲ ਹੈ, ਇਹ ਇੱਜ਼ਤ ਦੀ ਗੱਲ ਹੈ, ਇਹ ਗੈਰਤ ਦੀ ਗੱਲ ਹੈ, ਇਹ ਸਾਡੀ ਸਵੈਮਾਨ ਦੀ ਗੱਲ ਹੈ। ਗੁਰੂ ਤੇਗ ਅੱਜ ਜਿੱਥੇ ਦਿੱਲੀ ਦੇ ਆਪਾਂ ਖੜੇ ਆ, ਚਾਂਦਨੀ ਚੌਂਕ ਇੱਥੋਂ ਮੇਰਾ ਖਿਆਲ ਹੈ ਕਿ ਲਗਭਗ 20-25 ਮੀਲ ਮਸਾਂ ਹੀ ਹੋਣਾ ਹੈ। ਬਿਲਕੁਲ ਦਿੱਲੀ ਦੇ ਹੱਦ ਤੇ ਖੜੇ ਆ ਅਸੀਂ। ਚਾਂਦਨੀ ਚੌਂਕ ਦੇ ਵਿੱਚ ਸਨ 1675 ਦੇ ਵਿੱਚ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੂੰ ਸ਼ਹੀਦ ਕੀਤਾ ਜਾਂਦਾ ਹੈ, ਤਸੀਹੇ ਦੇ ਕੇ ਸ਼ਹੀਦ ਕੀਤਾ ਜਾਂਦਾ ਹੈ। ਤਾਂ ਤੁਹਾਨੂੰ ਕੀ ਲੱਗਦਾ ਔਰੰਗਜ਼ੇਬ ਨੇ ਸੋਚਿਆ ਹੋਣਾ ਵੀ ਹੁਣ ਬਿਲਕੁਲ ਸਿੱਖ ਢਹਿ ਢੇਰੀ ਹੋ ਗਏ, ਸਿੱਖ ਖਤਮ ਹੋ ਗਏ? ਬਿਲਕੁਲ ਇਹ ਕਦੀ ਹੋਇਆ? ਉਸ ਤੋਂ ਬਾਅਦ ਥੋੜੀ ਦੇਰ ਦੀ ਗੱਲ ਹੈ, ਇੱਕ ਖਾਲਸਾ ਰਾਜ ਪੈਦਾ ਹੁੰਦਾ 1699 ਦੇ ਵਿੱਚ ਅਨੰਦਪੁਰ ਸਾਹਿਬ ਦੇ ਵਿੱਚ ਡੰਕਾ ਵੱਜਦਾ। ਤੁਸੀਂ ਦੇਖੋ ਗੁਰੂ ਸਾਹਿਬ ਦਾ ਕਿੱਡਾ ਸ਼ਾਨਦਾਰ ਨੈਟਵਰਕ ਹੋਏਗਾ, ਕਿੱਥੋਂ ਕਿੱਥੋਂ ਚਿੱਠੀਆਂ ਗਈਆਂ ਹੋਣਗੀਆਂ, ਹੁਕਮਨਾਮੇ ਜਾਰੀ ਕੀਤੇ, ਕੱਲੇ ਕੱਲੇ ਸਟੇਟ ਦੇ ਵਿੱਚੋਂ ਚੱਲ ਕੇ, ਭਾਵੇਂ ਉਹ ਬਿਹਾਰ ਹੈ, ਬੰਗਾਲ ਹੈ, ਤੇ ਆਪਣਾ ਉੜੀਸਾ ਹੈ, ਕਿੱਥੋਂ ਕਿੱਥੋਂ ਪੰਜ ਪਿਆਰੇ ਆਏ। ਸੰਗਤਾਂ, ਇਤਿਹਾਸ ਗਵਾਹ ਹੈ ਕਿ ਲੱਖਾਂ ਦੀ ਗਿਣਤੀ ਦੇ ਵਿੱਚ ਇਕੱਠ ਸੀ। ਪੰਜ ਪਿਆਰਿਆਂ ਦੀ ਚੋਣ ਹੋਈ, ਪੰਜ ਪਿਆਰਿਆਂ ਨੂੰ ਖਿਤਾਬ ਦਿੱਤਾ ਖਾਲਸੇ ਦਾ। ਫਿਰ ਉਸ ਤੋਂ ਬਾਅਦ ਥੋੜੀ ਦੇਰ ਬਾਅਦ ਗੁਰੂ ਸਾਹਿਬ ਚਲ ਜਾਂਦੇ ਨੇ ਤਾਂ ਬਾਬਾ ਬੰਦਾ ਸਿੰਘ ਬਹਾਦਰ ਪਹਿਲਾ ਖਾਲਸਾ ਰਾਜ ਸਥਾਪਿਤ ਕਰਦਾ। ਸਾਨੂੰ ਮਾਣ ਹੈ ਕਿ ਅਸੀਂ ਮਹਿਰੌਲੀ ਦੇ ਬਿਲਕੁਲ ਨੇੜੇ ਆ। ਸੋ ਅਸੀਂ ਗੱਲਬਾਤ ਜਾਰੀ ਰੱਖਾਂਗੇ। ਪਿੱਛੇ ਟ੍ਰੈਫਿਕ ਵੀ ਬਹੁਤ ਆ, ਅਸੀਂ ਉਹਨਾਂ ਨੂੰ ਵੀ ਸਾਈਡ ਤੇ ਥੋੜੀ ਜੀ ਜਗ੍ਹਾ ਦੇਣੀ ਆ। ਪਰ ਬਹੁਤ ਵਧੀਆ ਗੱਲਾਂ ਵਕੀਲ ਸਾਹਿਬ ਸਾਡੇ ਨਾਲ ਗੁਰਾਇਆ ਸਾਹਿਬ ਸਾਂਝੀਆਂ ਕਰ ਰਹੇ ਨੇ, ਕਿਉਂਕਿ ਆਪਣੇ ਆਪ ਦੇ ਵਿੱਚ ਇੱਕ ਵੱਡਾ ਇਤਿਹਾਸ ਹੈ ਜਿਹੜਾ ਉਹ ਦੁਹਰਾਇਆ ਜਾ ਰਿਹਾ ਹੈ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ। ਕਿਉਂਕਿ ਜਿੰਨਾ ਇਕੱਠ, ਜਿੰਨਾ ਜੋਸ਼ ਸੂਰਜ ਦੀ ਪਹਿਲੀ ਕਿਰਨ ਦੇ ਨਾਲ ਇੱਥੇ ਦਿਖਾਈ ਦਿੰਦਾ ਹੈ, ਉਨਾ ਹੀ ਉਦੋਂ ਜ਼ਿਆਦਾ ਦੁੱਗਣਾ ਉਦੋਂ ਹੋ ਜਾਂਦਾ ਜਦੋਂ ਸੂਰਜ ਆਪਣੀਆਂ ਆਖਰੀ ਕਿਰਨਾਂ ਤੇ ਹੁੰਦਾ ਹੈ। ਸਾਡੇ ਨਾਲ ਸਟੂਡੈਂਟ ਵੀ ਪਹੁੰਚੇ ਨੇ, ਨੌਜਵਾਨ ਵੀ ਜੁੜੇ ਹੋਏ ਨੇ ਕਾਫੀ ਜ਼ਿਆਦਾ। ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਰਿਸਰਚ ਸਕਾਲਰ ਹਰਪ੍ਰੀਤ ਜੋ ਕਿ ਇਸ ਐਜੀਟੇਸ਼ਨ ਦਾ ਹਿੱਸਾ ਬਣੇ ਨੇ, ਕਿਉਂਕਿ ਕੋਈ ਵੀ ਏਜ ਗਰੁੱਪ ਦਾ ਬੰਦਾ ਕਿਸੇ ਤੋਂ ਵੀ ਜਰ ਨਹੀਂ ਹੋਇਆ ਕਿ ਸਾਡੇ ਕਿਸਾਨਾਂ ਦੇ ਨਾਲ ਖਿਲਵਾੜ ਹੋਵੇ। ਖੁਦ ਇਹ ਇੱਕ ਫਾਰਮਰ ਫੈਮਿਲੀ ਨੂੰ ਬਿਲੋਂਗ ਕਰਦੇ ਨੇ ਤੇ ਖੁਸ਼ੀ ਹੁੰਦੀ ਹੈ ਜਦੋਂ ਇਹੋ ਜਿਹੇ ਯੰਗ ਸਟੂਡੈਂਟ ਆਪਣੇ ਕੰਮਾਂ ਕਾਰਾਂ ਤੋਂ ਵਿਹਲੇ ਹੋ ਕੇ ਆਪਣੀ ਐਜੂਕੇਸ਼ਨ ਨੂੰ ਸਾਈਡ ਤੇ ਰੱਖ ਕੇ ਇਹੋ ਜਿਹੀਆਂ ਐਜੀਟੇਸ਼ਨਾਂ 'ਚ ਇਹੋ ਜਿਹੇ ਨੌਜਵਾਨ ਸ਼ਾਮਲ ਹੁੰਦੇ ਨੇ। ਹਰਪ੍ਰੀਤ, ਕਿਹੜੀ ਚੀਜ਼ ਇੱਥੇ ਖਿੱਚ ਕੇ ਲੈ ਕੇ ਆਈ ਆ? ਤੁਸੀਂ ਰਿਸਰਚ ਸਕਾਲਰ ਹੋ, ਕਿਉਂ ਇੱਥੇ ਆਏ? ਕੀ ਮਨ 'ਚ ਆਇਆ? ਕੀ ਲੱਗਿਆ ਕਿ ਮੈਨੂੰ ਵੀ ਜਾਣਾ ਚਾਹੀਦਾ? ਤੁਸੀਂ ਰਾਤ ਨੂੰ ਇੱਥੇ ਪਹੁੰਚੇ ਹੋ, ਕਿਸਾਨਾਂ ਦੇ ਪੱਖ 'ਚ ਖੜੇ ਹੋ। ਜੀ, ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਮੈਂ ਸ੍ਰੀ ਮੁਕਤਸਰ ਸਾਹਿਬ ਧਰਤੀ, ਪਵਿੱਤਰ ਧਰਤੀ ਤੋਂ ਬਿਲੋਂਗ ਕਰਦੀ ਹਾਂ। ਪਹਿਲੀ ਗੱਲ ਤਾਂ ਮੇਰੇ ਦਾਦਾ ਜੀ ਨੇ, ਉਹ ਵੀ ਕਿਸਾਨ ਨੇ, ਫਿਰ ਅੱਗੇ ਫਾਦਰ ਸਾਹਿਬ ਕਿਸਾਨ ਨੇ, ਮੇਰਾ ਭਰਾ ਕਿਸਾਨ। ਜਦੋਂ ਮੈਂ ਦੱਸਿਆ ਕਿ ਮੈਂ ਵੀ ਇਸ ਧਰਨੇ 'ਚ ਜਾਣਾ, ਮੈਂ ਇੱਕ ਪੜ੍ਹੀ ਲਿਖੀ ਕੁੜੀ ਆ, PhD ਕਰ ਰਹੀ ਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ, ਤੇ ਸਭ ਤੋਂ ਵੱਡੀ ਗੱਲ ਇਹ ਲੱਗੀ ਕਿ ਉਹਨਾਂ ਨੇ ਮੈਨੂੰ ਰੋਕਿਆ ਨਹੀਂਗਾ। ਉਹਨਾਂ ਨੇ ਮੇਰੇ ਜਜ਼ਬੇ ਨੂੰ, ਮੇਰੇ ਮਨ ਨੂੰ ਪੜ੍ਹਿਆ ਤੇ ਉਹਨਾਂ ਨੇ ਜਾਣ ਲਈ ਮੈਨੂੰ ਕਿਹਾ। ਉਹਨਾਂ ਨੇ ਮੇਰੇ ਰੋਕਿਆ ਨਹੀਂ ਮੇਰੇ ਜਜ਼ਬੇ ਨੂੰ। ਪਹਿਲੀ ਗੱਲ ਤਾਂ ਕਿ ਕੁੜੀਆਂ ਕਹਿੰਦੇ ਬਹੁਤ ਲੜਾਈ ਵੱਢ ਕੇ ਇੱਥੇ ਆਉਂਦੀਆਂ, ਪਹਿਲਾਂ ਆਪਦੇ ਘਰਦਿਆਂ ਨਾਲ ਲੜ ਕੇ ਆਉਂਦੀਆਂ, ਦੂਜੀ ਗੱਲ ਆਪਣੇ ਸਮਾਜ ਨਾਲ ਲੜਦੀਆਂ, ਫਿਰ ਆ ਕੇ ਤੇ ਸੱਤਾਧਾਰੀ ਧਿਰ ਨਾਲ ਲੜ ਰਹੀਆਂ, ਬਹੁਤ ਨੈਰੇਟਿਵ ਸੈੱਟ ਕਰ ਰਹੀਆਂ ਨੇ ਕੁੜੀਆਂ। ਬਟ ਇਸ ਗੱਲੋਂ ਮੈਂ ਲੱਕੀ ਹਾਂ ਕਿ ਮੇਰੇ ਖੁਦ ਪੇਰੈਂਟਸ ਨੇ ਕਿਹਾ ਕਿ ਤੂੰ ਜਾ ਤੇ ਇਸ ਮੁਹਿੰਮ ਦਾ ਹਿੱਸਾ ਬਣ। ਦੂਜੀ ਗੱਲ, ਤੁਸੀਂ ਸੂਰਜ ਦੀ ਗੱਲ ਕਰ ਰਹੇ ਸੀ, ਤੁਸੀਂ ਦੇਖੋ ਸੂਰਜ ਸਾਡਾ ਤੇ ਕਿਰਨਾ ਕੋਈ ਹੋਰ ਖੋ ਰਿਹਾ, ਚੰਨ ਸਾਡਾ ਤੇ ਚਾਨਣੀ ਕੋਈ ਹੋਰ ਮਾਣ ਰਿਹਾ, ਹਵਾ ਸਾਡੀ ਤੇ ਸਾਹ ਕੋਈ ਹੋਰ ਲੈ ਰਿਹਾ। ਆਖਿਰ ਕਿੰਨਾ ਕੁ ਚਿਰ ਅਸੀਂ ਉਧਾਰੇ ਸਾਹਾਂ ਦੀ ਆਸ ਤੇ ਜਿਉਂਦੇ ਰਹਾਂਗੇ। ਕੀ ਬਾਤ ਹੈ।
ਇਹਨਾਂ ਨੂੰ ਇਹ ਲੱਗਦਾ ਕਿ ਲੜਾਈ ਨੂੰ ਆਪਾਂ ਲੰਬਾ ਕਰ ਦਈਏ ਤਾਂ ਜਾਂ ਜੋ ਇਹ ਘਰਾਂ ਨੂੰ ਚਲੇ ਜਾਣਗੇ, ਪਰ ਜਦੋਂ ਮੈਦਾਨ ਦੇ ਵਿੱਚ ਆ ਜਾਂਦੇ ਨੇ, ਜਦੋਂ ਪੈਰਾਂ ਨੂੰ ਉਹਨਾਂ ਦੇ ਨੂੰ ਬੇੜੀਆਂ ਬੰਨ੍ਹ ਦਿੱਤੀਆਂ ਜਾਂਦੀਆਂ, ਉਹ ਆਪਣੇ ਮੱਥਿਆਂ ਦੇ ਆਸਰੇ ਚੱਲਣਾ ਸ਼ੁਰੂ ਕਰ ਦਿੰਦੇ ਨੇ। ਸੋ ਯੋਧੇ ਕਦੇ ਰੁਕਦੇ ਨਹੀਂਗੇ, ਉਹ ਇਹ ਜੰਗ ਆਪਣੇ ਮੱਥਿਆਂ ਨਾਲ ਜਿੱਤਦੇ ਨੇ। ਦੂਜੀ ਗੱਲ ਇਹ ਕਹਿ ਦਿੰਦੇ ਨੇ ਕਿ ਇਹ ਤਾਂ ਜੀ ਪੰਜਾਬ ਤੋਂ ਨੇ, ਖਾਲਿਸਤਾਨੀ ਨੇ, ਜੇ ਜੰਮੂ ਦੀ ਮੰਗ ਕਰਦੇ ਨੇ ਤੇ ਉਹ ਪਾਕਿਸਤਾਨੀ ਨੇ, ਤੇ ਫਿਰ ਹਿੰਦੁਸਤਾਨੀ ਕੌਣ ਆ? ਜੇ ਹੱਕ ਮੰਗਣਾ ਬਾਗੀ ਹੋਣਾ ਖਵਾਉਂਦਾ ਤਾਂ ਸਾਨੂੰ ਬਾਗੀ ਬਣਨ ਵਿੱਚ ਖੁਸ਼ੀ ਮਹਿਸੂਸ ਹੋਣੀ ਚਾਹੀਦੀ ਆ। ਹਾਂ, ਤੇ ਅਸੀਂ ਬਾਗੀ ਹੈਗੇ ਆ ਜੇ ਹੱਕ ਮੰਗਣ ਵਾਲੇ ਲੋਕ ਬਾਗੀ ਨੇ। ਬਾਕੀ ਗੱਲ ਜੇ ਆਪਾਂ ਕਰਦੇ ਆ ਇਸ ਪਾਰਲੀਮੈਂਟ ਦੀ, ਤਾਂ ਸੁਣਿਆ ਸਾਡੇ ਦੇਸ਼ ਦੀ ਪਾਰਲੀਮੈਂਟ ਅੱਜ ਕੱਲ ਫੈਸਲੇ ਨਹੀਂ ਫਾਸਲੇ ਕਰਦੀ ਆ। ਸੁਣਿਆ ਸਾਡੀ ਸਰਕਾਰ ਅੰਨੀ ਕਾਣੀ ਗੂੰਗੀ ਬੋਲੀ ਹੈ। ਸੁਣਿਆ ਸਾਡੀ ਜੁਡੀਸ਼ਰੀ ਵੀ ਬਿਮਾਰ ਹੈ। ਸੁਣਿਆ ਸਾਡੇ ਜਿਹੜੇ ਦੇਸ਼ ਦੇ ਹੁਕਮਰਾਨ ਨੇ ਇਹ ਸਰਬ ਲੋਹੇ ਦੇ ਬਾਟੇ ਬਣਨ ਦੀ ਬਜਾਏ ਚਮਚਿਆਂ ਦੀ ਭੂਮਿਕਾ ਅਦਾ ਕਰ ਰਹੇ ਨੇ। ਸੁਣਿਆ ਸਾਡੇ ਦੇਸ਼ ਸੰਵਿਧਾਨ ਵੀ ਹੈ ਕਿ ਇਹ ਸੱਚਮੁੱਚ ਹਿੰਦੁਸਤਾਨ ਹੈ। ਦੂਸਰੀ ਗੱਲ, ਇੱਥੇ ਇਹਨਾਂ ਨੂੰ ਐ ਲੱਗਦਾ ਜਿਹੜੀ ਆਪਣੀ ਹੁਕਮਰਾਨ ਨੇ ਕਿ ਇਹਨਾਂ ਦੀ ਖਰੀਦਿਆ ਹੋਇਆ ਦੇਸ਼ ਆ, ਇਹਨਾਂ ਦੀ ਇਹ ਲੋਕ ਤਾਂ ਐਵੇਂ ਤੁਰੇ ਫਿਰਦੇ ਨੇ, ਬਟ ਇੱਥੇ ਸਭ ਦਾ ਡੁੱਲਿਆ ਰੱਤ ਇਸੇ ਲਈ ਬਣਿਆ ਹੈ ਭਾਰਤ। ਭਾਰਤ ਜਿਹੜਾ ਸ਼ਬਦ ਆ ਇਸ ਚੀਜ਼ ਤੋਂ ਬਣਿਆ ਤੇ ਸਭ ਦਾ ਡੁੱਲਿਆ ਰੱਤ ਇਸੇ ਲਈ ਬਣਿਆ ਹੈ ਭਾਰਤ। ਠੀਕ ਆ, ਬਿਲਕੁਲ ਬਿਲਕੁਲ। ਤੇ ਇਸੇ ਤੇ ਮੈਂ ਕਹਿਣਾ ਚਾਹੁੰਦੀ ਆ, ਅਸੀਂ ਤਾਂ ਭਾਵਨਾਤਮਕ ਲੋਕ ਆ, ਸਾਡੇ ਖੇਤਾਂ ਦੇ ਨਾਲ ਅਹਿਸਾਸ ਜੁੜੇ ਹੋਏ ਆ। ਅਸੀਂ ਤੇ ਇਹ ਸੋਚਦੇ ਆ ਵੀ ਸਾਡੀਆਂ ਚਿੜੀਆਂ ਨੇ ਕਿੱਥੇ ਪਹੁੰਚਣਗੀਆਂ, ਸਾਡੇ ਜਨੌਰ ਚੋਗਾ ਚੁਗਣ ਕਿੱਥੇ ਜਾਇਆ ਕਰਨਗੇ। ਤੁਹਾਡੇ ਨਾਲ ਮੈਂ ਗੱਲਾਂ ਕਰਦਾ ਰਹੂੰਗਾ, ਆਪਾਂ ਨਾਲ ਅੱਗੇ ਵੀ ਵਧਦੇ ਜਾਈਏ। ਸਟੂਡੈਂਟ ਵੀ ਬਹੁਤ ਜ਼ਿਆਦਾ ਤੁਸੀਂ ਕਹਿ ਸਕਦੇ ਹੋ ਕਿ ਉਹਨਾਂ ਦੇ ਮਨ ਦੇ ਵਲਵਲੇ। ਹਰਪ੍ਰੀਤ ਮੇਰੇ ਨਾਲ ਜੁੜੇ 28-29 ਸਾਲ ਦੀ ਉਮਰ ਦੇ ਵਿੱਚ PhD ਦੇ ਪੰਜਾਬੀ ਯੂਨੀਵਰਸਿਟੀ ਤੋਂ ਇੱਥੇ ਆਏ ਨੇ ਤੇ ਖੇਤੀਬਾੜੀ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਨੇ। ਸੋ ਇਹ ਜਿਹੜੇ ਨੌਜਵਾਨ ਨੇ ਉਹਨਾਂ ਦਾ ਜਿਹੜਾ ਖੂਨ ਆ ਉਹ ਵੀ ਉਬਾਲੇ ਮਾਰ ਰਿਹਾ ਕਿ ਜੋ ਸਾਡੇ ਨਾਲ ਹੋ ਰਿਹਾ ਉਹ ਧੱਕਾ ਹੋ ਰਿਹਾ, ਤੇ ਇਹ ਧੱਕਾ ਸਾਨੂੰ ਅੱਗੇ ਜਾ ਕੇ ਮਹਿੰਗਾ ਪੈ ਜਾਊਗਾ ਜੇਕਰ ਅਸੀਂ ਇਸ ਧੱਕੇ ਦਾ ਜਿਹੜਾ ਵਿਰੋਧ ਆ ਉਹ ਨਾ ਕੀਤਾ। ਸੋ ਇਹ ਜ਼ਰੂਰੀ ਵੀ ਆ, ਇਹ ਜਿਹੜੀ ਅੱਗ ਹੈ ਨੌਜਵਾਨੀ ਚੋਂ ਨਿਕਲਣੀ ਚਾਹੀਦੀ ਹੈ। ਜੇ ਇਹ ਚੰਗਿਆੜੇ ਨਾ ਨਿਕਲੇ ਤਾਂ ਸ਼ਾਇਦ ਫਿਰ ਇਹੀ ਚੀਜ਼ ਸਾਡੇ ਤੇ ਭਾਰੀ ਵੀ ਪੈ ਸਕਦੀ ਹੈ। ਬਟ ਹੁਣ ਅਸੀਂ ਜਵਾਬ ਦੇਣਾ ਆਲਮੋਸਟ ਸ਼ੁਰੂ ਕਰ ਦਿੱਤਾ ਹੈ ਤੇ ਸਾਡਾ ਜਿਹੜਾ ਭਾਰ ਆ ਉਹ ਗਵਰਨਮੈਂਟ ਤੇ ਪੈ ਗਿਆ ਹੈ ਤੇ ਉਸਨੇ ਵੀ ਮੈਨੂੰ ਲੱਗਦਾ ਕਿ ਹੁਣ ਤਿਆਰੀ ਕਰ ਲਈ ਹੈ ਕਿ ਅਸੀਂ ਮੰਗਾਂ ਮੰਨ ਲਾਂਗੇ। ਸੋ ਪ੍ਰੋਫੈਸਰ ਸਾਹਿਬ, ਆਪਾਂ ਵਕੀਲ ਸਾਹਿਬ ਜਾਰੀ ਰੱਖਾਂਗੇ ਕਿ ਜਿੱਦਾਂ ਕਿ ਹਰਪ੍ਰੀਤ ਨਾਲ ਗੱਲ ਕਰ ਰਹੇ ਸੀ, ਬੜਾ ਐਗਰੈਸ਼ਨ, ਕੁੜੀਆਂ ਪਹੁੰਚ ਰਹੀਆਂ ਨੇ, ਬੇਬਿਆਂ ਪਹੁੰਚ ਰਹੀਆਂ ਨੇ, 80-80 ਸਾਲ ਦੀਆਂ ਬਜ਼ੁਰਗਾਂ ਪਹੁੰਚ ਰਹੀਆਂ ਨੇ। ਮੈਨੂੰ ਲੱਗਦਾ ਚਿਣਗ ਬਾਕੀ ਕਿਤੇ ਨਹੀਂ ਰਹਿ ਗਈ, ਤਾਂ ਸਾਰੇ ਕਿਤੇ ਇਹ ਚਿਣਗ ਲੱਗ ਚੁੱਕੀ ਆ। ਕੀ ਲੱਗਦਾ, ਪਹਿਲੀ ਵਾਰ ਮੈਂ ਵੀ ਆਪਣੀ ਲਾਈਫ ਦੇ ਵਿੱਚ ਇਸ ਚੀਜ਼ ਨੂੰ ਫੀਲ ਕਰ ਰਿਹਾ ਕਿ ਇਹ ਜਿਹੜੀ ਅੱਗ ਹੈ, ਚੰਗਿਆਰੀ ਹੈ, ਜਿਹੜੀ ਅਣਖ ਵਾਲੀ ਸਾਡੀ ਸਰਦਾਰੀ ਨੂੰ ਚੈਲੰਜ ਹੋ ਰਿਹਾ, ਉਹ ਹੁਣ ਸਾਰੇ ਪਾਸੇ ਜਾ ਚੁੱਕੀ ਹੈ। ਭਾਜੀ ਜਿਵੇਂ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਕਾਫੀ ਦੇਰ ਤੋਂ, ਮੈਂ ਕਿਉਂਕਿ ਮੈਂ ਉਹੀ ਗੱਲ ਕਰੀਏ ਨਾ, ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ। ਹਿਸਟਰੀ ਰਿਪੀਟਸ ਇਟਸੈਲਫ। ਸਾਡੇ ਕੋਲ ਬੜਾ ਅਨਮੋਲ ਵਿਰਸਾ ਹੈ, ਸਾਡੇ ਕੋਲ ਇੰਨੀ ਵੱਡੀ ਧਰੋਹਰ ਹੈ, ਅਸੀਂ ਉਸ ਧਰੋਹਰ ਦੇ ਮਾਲਕ ਹੈ ਨਾ। ਜਦੋਂ ਤੁਸੀਂ ਰੂਹਾਨੀਅਤ ਦੇ ਵਿੱਚੋਂ ਸੇਧ ਲੈ ਕੇ ਤੁਰਦੇ ਹੋ, ਜਦੋਂ ਤੁਹਾਨੂੰ ਗੁਰਤੀ ਗੁਰਮਤ ਦੇ ਵਿੱਚੋਂ ਮਿਲਦੀ ਹੈ, ਤਾਂ ਹਰ ਸੰਘਰਸ਼, ਅਕਸਰ ਕਿਹਾ ਜਾਂਦਾ ਕਿ ਅਹਿੰਸਾ ਪਰਮ ਧਰਮ, ਅਹਿੰਸਾ ਜਦੋਂ ਤੁਸੀਂ ਬਾਰਡਰਾਂ ਦੇ ਉੱਪਰ ਕਰਦੇ ਹੋ ਕੀ ਹੈ ਜੀ, ਆਰਮੀ ਦੀ ਕੀ ਲੋੜ ਪੈਂਦੀ ਹੈ। ਜਦੋਂ ਗੁਰਮਤ ਦੀ ਗਲਤ ਨਹੀਂ ਹੁੰਦੀ ਹੈਗੀ। ਮੈਂ ਇੱਥੇ ਬਿਲਕੁਲ ਡਟ ਕੇ ਕਹਿਣਾ ਚਾਹਾਂਗਾ, ਸਾਡੇ ਵਿੱਚੋਂ ਸਾਡੀ ਮਾਰਗਦਰਸ਼ਕ ਕੀ ਹੈ। ਸਾਡਾ ਮੁੱਖ ਆਨੰਦਪੁਰ ਸਾਹਿਬ ਵੱਲ ਹੈ, ਸਾਨੂੰ ਚਮਕੌਰ ਗੜੀ ਦੀਆਂ ਕੰਧਾਂ ਪ੍ਰੇਰਿਤ ਕਰ ਰਹੀਆਂ, ਸਾਨੂੰ ਸਰਹੰਦ ਦੀ ਦੀਵਾਰ ਦੱਸ ਰਹੀ ਹੈ, ਸਾਨੂੰ ਮਾਛੀਵਾੜੇ ਦੇ ਜੰਗਲ ਦੱਸ ਰਹੇ ਨੇ। ਇਤਿਹਾਸ ਦੀ ਗੱਲ ਕਰਦੇ ਆ, ਇੱਥੋਂ ਦੀ ਗੱਲ ਸ਼ੁਰੂ ਕੀਤੀ ਸੀ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ, ਮੁੜ ਕੇ ਥੋੜੀ ਸਮਾਂ ਲੰਘਿਆ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ 1708 ਦੇ ਵਿੱਚ ਜੋਤੀ ਜੋ ਸਮਾਉਂਦੇ ਨੇ, 1716 ਦੇ ਵਿੱਚ ਉਹ ਬੰਦਾ ਸਿੰਘ ਬਹਾਦਰ ਜਿਹੜਾ ਉਹ ਨੰਦੇੜ ਦੀ ਧਰਤੀ ਦੱਖਣ ਤੋਂ ਐਸਾ ਲੋਹਾ ਦਾ ਸੁਹਾਗਾ ਫੇਰਿਆ, ਉਹਨੇ ਨੇਸ ਤੋਂ ਨਬੂਤ ਕਰਤਾ, ਸਰਹੰਦ ਦੀ ਇੱਟ ਨੇ ਇੱਟ ਖੜਕਾਤੀ, ਖਾਲਸਾ ਰਾਜ ਸਥਾਪਿਤ ਕੀਤਾ। ਤੇ ਮੈਂ ਅੱਜ ਇੱਕ ਗੱਲ ਕਹਿੰਦਾ, ਇੱਥੇ ਸਾਰੇ ਬਾਬਾ ਬੰਦਾ ਸਿੰਘ ਬਹਾਦਰ ਦੇ ਵਾਰਸ ਬਣ ਕੇ ਆਏ ਆ। ਪੁੱਛੋ ਕਿਉਂ? ਕਿਉਂਕਿ ਬੰਦਾ ਸਿੰਘ ਬਹਾਦਰ ਜੀ ਨੇ ਲੈਂਡ ਰੈਵਨਿਊ ਦੇ ਵਿੱਚ ਜੋ ਲੈਂਡ ਰੈਵਨਿਊ ਰਿਫਾਰਮਸ ਕੀਤੇ, ਮੁਜ਼ਾਹਰਿਆਂ ਨੂੰ ਮਾਲਕੀ ਦੇ ਹੱਕ ਦਿੱਤੇ। ਅੱਜ ਸਾਰੇ ਮੁਜ਼ਾਹਰੇ ਚੱਲ ਕੇ ਆਏ ਨੇ, ਅੱਜ ਖੇਤਾਂ ਦੇ ਪੁੱਤ ਆਏ ਨੇ, ਅੱਜ ਖੇਤਾਂ ਦਾ ਪੁੱਤ ਜਾਗ ਚੁੱਕਿਆ ਹੈ। ਜਿਹੜੇ ਮੁਜ਼ਾਹਰੇ ਵਿਚਾਰੇ ਸਦੀਆਂ ਤੋਂ ਆ ਕੇ ਖੇਤੀਬਾੜੀ ਕਰ ਰਹੇ ਸੀ, ਉਹਨਾਂ ਨੂੰ ਹੱਕ ਨਹੀਂ ਸੀ ਮਿਲ ਰਹੇ ਮਾਲਕੀ ਦੇ, ਇਹ ਬਾਬਾ ਬੰਦਾ ਸਿੰਘ ਬਹਾਦਰ ਨੇ ਦਿੱਤੇ। ਹੀ ਵਾਸ ਦੀ ਬੈਸਟ ਲੈਂਡ ਰਿਫਾਰਮਰ। ਕੱਲਾ ਜਰਨੈਲ ਨਹੀਂ ਸੀ, ਕੱਲਾ ਖਾਲਸਾ ਰਾਜ ਦਾ ਉਹਨਾਂ ਨੇ ਸਥਾਪਿਤ ਨਹੀਂ ਕੀਤਾ। ਇੱਕ ਮੈਂ ਕਹਿੰਦਾ ਸਾਡੇ ਕੋਲ ਤਾਂ ਏਡੇ ਵਧੀਆ ਲੈਂਡ ਰਿਫਾਰਮਰ ਨੇ, ਇਹ ਕਿੱਥੋਂ ਅਸੀਂ ਲੈਣ ਜਾਵਾਂਗੇ। ਅੱਜ ਉਸ ਬਾਬਾ ਬੰਦਾ ਸਿੰਘ ਬਹਾਦਰ ਦੇ ਸਰਜ਼ਮੀਨ ਮਹਿਰੌਲੀ ਨੇੜੇ ਹੀ ਇੱਥੋਂ, ਜਿੱਥੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ, ਪਰ ਉਹਨਾਂ ਏਨ ਨਹੀਂ ਮੰਨੀ। ਬੰਦ ਉਹਨਾਂ ਦਾ ਕੱਟਿਆ ਗਿਆ, ਜਮੂਰਾਂ ਨਾਲ ਨਮਾਜ਼ ਨੋਚਿਆ। 3 ਸਾਲ ਦੇ ਉਹਨਾਂ ਦੇ
ਪੁੱਤਰ ਅਜੈ ਸਿੰਘ ਦਾ ਕਲੇਜਾ ਕੱਢ ਕੇ ਮੂੰਹ ਚ ਪਾਇਆ ਗਿਆ। ਕੀ ਗੱਲ ਦਿੱਲੀ ਨੇ ਸਾਨੂੰ ਪਰਖ ਕੇ ਭੁੱਲੇ ਨਹੀਂ? ਦਿੱਲੀ ਨੇ ਸਾਨੂੰ ਆਰਿਆਂ ਨਾਲ ਪਰਖ ਲਿਆ, ਦਿੱਲੀ ਨੇ ਸਾਨੂੰ ਦੇਗਾਂ ਚ ਉਬਾਲ ਕੇ ਵੇਖ ਲਿਆ, ਦਿੱਲੀ ਨੇ ਸਾਡਾ ਸੀਸ ਗੁਰੂ ਤੇਗ ਬਹਾਦਰ ਸਾਹਿਬ ਦਾ ਕਤਲ ਕਰਕੇ ਵੇਖ ਲਿਆ, ਦਿੱਲੀ ਨੇ ਜੰਬੂਰਾਂ ਨਾਲ ਮਾਸ ਨੋਚ ਕੇ ਵੇਖ ਲਿਆ, ਦਿੱਲੀ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਕਤਲ ਕਰਿਆ, ਉਹਦੇ ਨਾਲ ਪੁੱਤ ਨੂੰ ਕਤਲ ਕਰਿਆ। ਉਸ ਤੋਂ ਬਾਅਦ ਦਿੱਲੀ ਨੇ ਕਿਹੜਾ ਘਟ ਕੇ ਜਾ ਰਹੀ ਹੈ? ਆ 84 ਚ ਦਿੱਲੀ ਨੇ ਕੀ ਕਰਿਆ? ਉਸ ਤੋਂ ਬਾਅਦ ਦਿੱਲੀ ਨੇ ਥੋੜਾ ਕੁਝ ਕਰਿਆ? ਦਿੱਲੀ ਕੀ ਗੱਲ ਹਮੇਸ਼ਾ ਹੀ ਇਹ ਘੱਟ ਗਿਣਤੀਆਂ ਦੇ ਦੁਸ਼ਮਣ ਰਹੀ ਹੈ। ਇਹ ਦਿੱਲੀ ਨੇ ਕਰਨਾ ਕੀ ਹੈ? ਦਿੱਲੀ ਚਾਹੁੰਦੇ ਕੀ ਆ? ਗੱਲ ਤਾਂ ਇੰਨੀ ਹੈ। ਪਰ ਬਿਲਕੁਲ ਵੱਡਾ ਸਵਾਲ ਇੱਥੇ ਹੈ ਕਿ ਇਹੀ ਘੱਟ ਗਿਣਤੀ ਹੁਣ ਵੱਡੇ ਜਵਾਬ ਦੇ ਰਹੀ ਆ। ਹਰਪ੍ਰੀਤ ਸਾਡੇ ਨਾਲ ਜੁੜੇ ਹੋਏ ਨੇ, ਇਹਨਾਂ ਨਾਲ ਵੀ ਗੱਲਾਂ ਬਾਤਾਂ ਆਪਾਂ ਜਾਰੀ ਰੱਖਾਂਗੇ। ਹਰਪ੍ਰੀਤ, ਮੈਂ ਜਿੰਨਾ ਕਿ ਤੁਹਾਡੇ ਬਾਰੇ ਪੜ੍ਹਿਆ ਜਾਂ ਸੁਣਿਆ ਕਿ ਤੁਸੀਂ ਲਿਖਦੇ ਵੀ ਹੋ, ਕੁਝ ਲਿਖਤਾਂ ਵੀ ਤੁਸੀਂ ਸੰਬੰਧਿਤ ਜਿਹੜੀਆਂ ਕਿਸਾਨੀ ਦੇ ਨਾਲ ਲਿਖੀਆਂ ਨੇ, ਛਪਦੀਆਂ ਵੀ ਤੁਹਾਡੀਆਂ ਕੁਝ ਲਿਖਤਾਂ ਅਸੀਂ ਪੜ੍ਹੀਆਂ ਨੇ। ਸੋ ਕਿਸਾਨੀ ਲਈ ਕੁਝ ਲਿਖਿਆ ਹੋਵੇ, ਕੋਈ ਵਿਚਾਰ, ਕੋਈ ਮੰਚ ਜਿਹੜੇ ਤੁਹਾਡੇ ਘੁੰਮ ਰਹੇ ਨੇ। ਤੇ ਇੱਕ ਨਾਲ ਦੀ ਨਾਲ ਹੋਰ ਗੱਲ ਪੁੱਛੂੰਗਾ ਕਿ ਤੁਸੀਂ ਯੂਨੀਵਰਸਿਟੀ 'ਚੋਂ ਆਏ ਹੋ, ਬਹੁਤ ਵੱਡਾ ਇੰਸਟੀਟਿਊਸ਼ਨ ਆ, ਉੱਥੇ ਕਿਵੇਂ ਸਟੂਡੈਂਟਾਂ 'ਚ ਇਸ ਚੀਜ਼ ਦਾ ਪ੍ਰਭਾਵ ਆ? ਕਿੰਨੇ ਕੁ ਸਟੂਡੈਂਟ ਇਸ ਚੀਜ਼ ਨਾਲ ਜੁੜੇ ਹੋਏ ਨੇ ਜਾਂ ਜੁੜਨਾ ਚਾਹੁੰਦੇ ਨੇ, ਜਾਂ ਇਸ ਐਜੀਟੇਸ਼ਨ ਦੇ ਵਿੱਚ ਉਹ ਇੰਟਰਸਟ ਦਿਖਾ ਰਹੇ ਨੇ ਕਿ ਅਸੀਂ ਵੀ ਜਾਈਏ, ਹਿੱਸਾ ਬਣੀਏ ਤੇ ਕਿਸਾਨਾਂ ਦੀ ਸਪੋਰਟ ਕਰੀਏ? ਹਾਂਜੀ, ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਜਦੋਂ ਆਉਣ ਲੱਗੀ, ਉੱਥੇ ਮੈਨੂੰ ਕਈ ਕੁੜੀਆਂ, ਸਟੂਡੈਂਟ, ਵਿਦਿਆਰਥੀ ਮਿਲੇ। ਉਹਨਾਂ ਨੇ ਮੈਨੂੰ ਪੁੱਛਿਆ ਕਿ ਤੂੰ ਕਿੱਥੇ ਜਾ ਰਹੀ ਆ? ਮੈਂ ਕਿਹਾ ਮੈਂ ਪੰਜਾਬ ਨੂੰ ਮਿਲਣ ਜਾ ਰਹੀ ਆ, ਆਓ ਆਪਾਂ ਪੰਜਾਬ ਨੂੰ ਮਿਲ ਕੇ ਆਈਏ। ਕੀ ਬਾਤ ਹੈ, ਕੀ ਬਾਤ ਹੈ। ਤੇ ਇਸ ਤੋਂ ਪਹਿਲਾਂ ਵੀ ਸਾਡੇ ਉੱਥੇ ਕਈ ਸਟੂਡੈਂਟ ਇੱਥੇ ਹੈਗੇ ਨੇ, ਪਰ ਮੈਂ ਬਾਕੀ ਅਪੀਲ ਕਰਦੀ ਆ, ਸਾਡੇ ਪਿੰਡਾਂ ਦੇ ਵਿੱਚ ਜਿਹੜੀਆਂ ਕੁੜੀਆਂ ਨੇ ਹਨਾ, ਮੇਰੀਆਂ ਹਮ ਉਮਰ ਭੈਣਾਂ ਨੇ, ਛੋਟੀਆਂ ਨੇ ਚਾਹੇ ਵੱਡੀਆਂ ਨੇ, ਮੈਂ ਤਾਂ ਕਹਿੰਦੀ ਆ ਬੱਚਿਆਂ ਨੂੰ ਵੀ ਲੈ ਕੇ ਆਓ ਇੱਥੇ। ਜਦੋਂ ਇੰਟਰਨੈਸ਼ਨਲੀ ਮੂਵਮੈਂਟ ਬਣ ਜੂਗੀ ਨਾ, ਇਹਨਾਂ ਨੂੰ ਇੰਨਾ ਸੌਖਾ ਨਹੀਂ ਹੋਊਗਾ ਇਸ ਮੂਵਮੈਂਟ ਨੂੰ ਦਬਾਉਣਾ, ਜਦੋਂ ਸਾਡੇ ਬੱਚੇ ਵੀ ਸਾਡੇ ਨਾਲ ਹੋਣਗੇ। ਬਾਕੀ ਮੈਂ ਗੱਲ ਕਰਦੀ ਆ, ਮੈਂ ਕਹਿੰਦੀ ਆ ਇਹ ਨਾ ਸੋਚੀ ਦਿੱਲੀਏ ਕਿ ਰੋਟੀ ਖੋ ਕੇ ਪੰਜਾਬ ਤੋਂ ਤੇਰੇ ਸੌਖੀ ਲੰਘ ਜਾਊ। ਇਤਿਹਾਸ ਗਵਾਹ ਏ ਬੁਰਕੀ ਤੇਰੇ ਵੀ ਲੱਗੂ ਹੱਥੂ, ਤੈਨੂੰ ਵੀ ਆਊ। ਕੀ ਬਾਤ ਹੈ। ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਤੇ ਇਤਿਹਾਸ ਇਸ ਵਾਰ ਫੇਰ ਆਪਣੇ ਉਸੇ ਮੋੜ ਤੇ ਆ, ਆਪਣੀ ਚਰਮ ਸੀਮਾ ਤੇ ਆ। ਤੇ ਦੇਖਦੇ ਆ ਇਸ ਮੂਵਮੈਂਟ ਨੇ ਉਹੀ ਗੱਲ, ਜਾਂ ਤੇ ਅਸੀਂ ਸਾਨੂੰ ਮਾਰ ਦਿਓ ਤੇ ਜਾਂ ਅਸੀਂ ਜਿੱਤ ਕੇ ਮੁੜਾਂਗੇ, ਹੋਰ ਕੋਈ ਹੱਲ ਹੀ ਹੈ ਨਹੀਂ ਦੂਜਾ। ਜਿਹੜੇ ਸਟੂਡੈਂਟ ਯੂਨੀਵਰਸਿਟੀ 'ਚ ਮਿਲਦੇ ਨੇ, ਮੈਂ ਉਹ ਸਵਾਲ ਦੁਬਾਰੇ ਪੁੱਛੂੰਗਾ ਕਿ ਕਿਸੇ ਨੇ ਕਦੇ ਰੋਕਿਆ ਕਿ ਹਰਪ੍ਰੀਤ ਤੂੰ ਕਿੱਥੇ ਚੱਲੀਆਂ, ਕਿਉਂ ਚੱਲੀਆਂ, ਤੂੰ ਤਾਂ ਕੁੜੀਆਂ, ਤੈਨੂੰ ਨਹੀਂ ਜਾਣਾ ਚਾਹੀਦਾ, ਤੂੰ ਇੱਥੇ ਰਹਿ, ਤੂੰ ਕਿਉਂ ਚੱਲੀਆਂ, ਉੱਥੇ ਬਹੁਤ ਭੀੜ ਹੋਣੀ ਆ, ਇਕੱਠ ਹੋਣਾ, ਇਦਾਂ ਦੀਆਂ ਕੋਈ ਗੱਲਾਂ, ਕੋਈ ਸਵਾਲ ਸਾਹਮਣੇ ਆਏ? ਜਦੋਂ ਕੋਈ ਮੂਵਮੈਂਟ ਯੂਨੀਵਰਸਿਟੀ 'ਚ ਹੁੰਦੀ ਆ, ਉੱਥੇ ਤਾਂ ਚਲੋ ਇਹ ਚੀਜ਼ਾਂ ਦਾ ਜਦੋਂ ਸਵਾਲ ਜਵਾਬ ਹੁੰਦੇ ਨੇ, ਮੰਨਦੇ ਆ ਵੀ ਉੱਥੇ ਪ੍ਰੋਫੈਸਰਾਂ ਦੇ ਖਿਲਾਫ ਜਾਂ ਕਿਸੇ ਚੀਜ਼ ਦੇ ਖਿਲਾਫ ਉਹ ਰੋਕਦੇ ਨੇ, ਬਟ ਇੱਥੇ ਤਾਂ ਮੇਰਾ ਪਿਓ ਇੱਥੇ ਬੈਠਾ ਧਰਨੇ ਤੇ, ਮੇਰਾ ਭਰਾ ਇੱਥੇ ਬੈਠਾ, ਮੇਰੇ ਦਾਦੇ ਇੱਥੇ ਬੈਠੇ ਨੇ, ਤਾਂ ਮੈਂ ਕਿਵੇਂ ਘਰੇ ਰਹਿ ਸਕਦੀ ਆ? ਤੇ ਰੋਕਣ ਵਾਲੇ ਕੌਣ ਨੇ? ਜਦੋਂ ਆਪਾਂ ਇਹ ਘਰ ਹੀ ਫੋਨ ਕਰਦੇ ਨੇ ਨਾ ਕਿ ਤੁਹਾਡੀ ਬੱਚੀ ਆ ਕਰ ਰਹੀ ਆ, ਜਦੋਂ ਮਾਪੀ ਇੱਥੇ ਨੇ ਤਾਂ ਫੋਨ ਕਰਕੇ ਕਹਿਣਗੇ ਕਿਹਨੂੰ ਤੇ ਰੋਕਣਗੇ ਕਿਵੇਂ? ਕੀ ਬਾਤ ਹੈ, ਵੱਡੀ ਗੱਲ ਹੈ ਜੀ। ਜੇ ਇਹੋ ਜਿਹੇ ਸਟੂਡੈਂਟਾਂ ਦਾ ਇਹ ਜਜ਼ਬਾ ਹੈ, ਸਾਡੀ ਇਹ ਜਨਰੇਸ਼ਨ 'ਚ ਇਹ ਜਜ਼ਬਾ ਹੈ, ਤੇ ਮੈਨੂੰ ਲੱਗਦਾ ਸਾਨੂੰ ਦਿੱਲੀ ਜਿੱਤਣੀ ਬਹੁਤੀ ਕੋਈ ਔਖੀ ਨਹੀਂ। ਇਹ ਉਹੀ ਖੂਨ ਵਾਲੇ ਮਾਰਦਾ ਜਿਹੜਾ ਖੂਨ ਸਾਡੇ ਬਜ਼ੁਰਗਾਂ ਨੇ ਪਹਿਲਾਂ ਵੱਡੇ ਵੱਡੇ ਕਹਿ ਲਓ ਕਿ ਐਡੇ ਮੋਰਚੇ ਫਤਿਹ ਕੀਤੇ ਨੇ, ਤੇ ਤਾਂ ਫੇਰ ਹੁਣ ਉਹਨਾਂ ਦੇ ਸਾਹਮਣੇ ਬਹੁਤ ਛੋਟੀ ਚੀਜ਼ ਨਜ਼ਰ ਆ ਰਹੀ ਹੈ। ਗੁਰਾਇਆ ਸਾਹਿਬ, ਕੀ ਕਹਿਣਾ ਚਾਹੋਗੇ? ਮੇਰਾ ਸਵਾਲ ਹੁਣ ਇਹ ਆ ਕਿ 9 ਤਰੀਕ ਦੀ ਮੀਟਿੰਗ ਇਹਨਾਂ ਨੇ ਫੇਰ ਪਾ ਦਿੱਤੀ ਆ ਕਿ ਹੁਣ 9 ਤਰੀਕ ਨੂੰ ਦੇਖਾਂਗੇ। ਲੰਬਾ ਲਟਕਾਇਆ ਜਾ ਰਿਹਾ ਹੈ ਸਰਕਾਰ ਵੱਲੋਂ, ਬਾਰ-ਬਾਰ ਬਹਾਨੇ ਲੈ ਕੇ। ਉਹ ਚਾਹੁੰਦੀ ਆ ਵੀ ਕੀ ਮਨ 'ਚ ਤੁਹਾਨੂੰ ਲੱਗਦਾ ਉਹਦੇ, ਕਿਉਂਕਿ ਇਹ ਫੈਸਲਾ ਜਿਹੜਾ ਉਹਨੇ 9 ਨੂੰ ਲੈਣਾ ਜਾਂ ਆਖਰ ਨੂੰ ਉਹਨਾਂ ਨੂੰ ਹਾਰ ਤਾਂ ਮੰਨਣੀ ਪੈਣੀ ਆ, ਉਹ ਪਹਿਲਾਂ ਕਿਉਂ ਨਹੀਂ ਮੰਨ ਰਹੇ? ਇਹਨੂੰ ਲੰਬਾ ਕਾਹਤੇ ਖਿੱਚ ਰਹੇ ਨੇ? ਦੇਖੋ, ਆਪਾਂ ਗੱਲ ਸ਼ੁਰੂਆਤ ਕੀਤੀ ਸੀ ਕਿ ਨੀਅਤ ਮਾੜੀ ਆ ਉਹਨਾਂ ਦੀ। ਹਾਂਜੀ। ਕਿਉਂ ਬਾਰ-ਬਾਰ ਜ਼ਲੀਲ ਕੀਤਾ ਜਾ ਰਿਹਾ? ਤੁਸੀਂ ਇੱਕ ਦੇਖੋ, ਇਹ ਧਰਨਾ ਕੋਈ ਛੋਟਾ ਜਿਹਾ ਧਰਨਾ ਨਹੀਂ ਹੈਗਾ। ਤੁਸੀਂ 15-20 ਕਿਲੋਮੀਟਰ ਦਾ ਜਿਹੜਾ ਹੈਗਾ ਟਰੈਕਟਰ ਟਰਾਲੀ ਖੜੇ ਨੇ ਸਿੰਘੂ ਬਾਰਡਰ ਤੇ, 45-50 ਕਿਲੋਮੀਟਰ ਦੇ ਖੜੇ ਨੇ ਟਿੱਕਰੀ ਬਾਰਡਰ ਤੇ, ਬਰਾੜੀ ਦੇ ਵਿੱਚ ਖੜੇ ਨੇ, ਨਰੇਲੇ ਦੇ ਵਿੱਚ ਖੜੇ ਨੇ, ਜੈਪੁਰ ਬਾਰਡਰ ਤੇ, ਜਿੰਨੇ ਵੀ ਇੱਥੇ ਸਾਡੇ ਵਿੱਚ, ਮੈਂ ਕਹਿੰਦਾ ਜੋ ਮਰਜ਼ੀ ਜਾਵੇ ਇਸ ਮੋਰਚੇ ਦੀ, ਪਰ ਮੈਨੂੰ ਇੰਨੀ ਖੁਸ਼ੀ ਹੈ ਕਿ ਧਰਨੇ ਦੇ ਵਿੱਚੋਂ ਅਸੀਂ ਕੁਝ ਖੱਟਿਆ। ਕੀ ਖੱਟਿਆ ਤੁਸੀਂ ਪੁੱਛੋਗੇ? ਅਸੀਂ ਖੱਟਿਆ ਆਪਸੀ ਪਿਆਰ, ਆਪਸੀ ਭਾਈਚਾਰਾ। ਇਹ ਕਹਿੰਦੇ ਨੇ ਅਸੀਂ ਤੁਹਾਨੂੰ ਵੰਡ ਕੇ ਰੱਖਣਾ, ਤੁਹਾਨੂੰ ਤੋੜ ਕੇ ਰੱਖਣਾ, ਤੁਹਾਨੂੰ ਟੋਟੇ ਟੋਟੇ ਕਰਨਾ। ਤੁਹਾਡੇ ਬਿਲਕੁਲ ਤੁਹਾਡੇ ਵਿੱਚੋਂ ਇਹ ਜੀ ਇਹ ਹਿੰਦੂ ਆ, ਇਹ ਸਿੱਖ ਹੈ, ਇਹ ਮੁਸਲਿਮ ਹੈ, ਈਸਾਈ ਹੈ, ਇਹ ਜੀ ਘੱਟ ਗਿਣਤੀ ਹੈ, ਵੱਧ ਗਿਣਤੀ ਹੈ ਜੀ, ਇਹ ਜੀ ਕਸ਼ਮੀਰ ਤੋਂ ਹੈ ਜੀ, ਇਹ ਉੱਥੋਂ ਬਿਹਾਰ ਤੋਂ। ਨਹੀਂ, ਅਸੀਂ ਇੱਕ ਆ, ਸਾਡਾ ਪਿਆਰ ਹੈ। ਦੇਖੋ, ਇੱਥੇ ਬਿਹਾਰ ਤੋਂ ਵੀ ਆਏ ਨੇ, ਕਰਨਾਟਕ ਤੋਂ ਵੀ ਆਏ ਨੇ, ਇਹਦੇ ਪਿੰਡ ਗੁਜਰਾਤ ਤੋਂ ਵੀ ਆਏ ਨੇ। ਇਹਨੂੰ ਭੁਲੇਖਾ ਹੋਵੇ ਸ਼ਾਇਦ ਉੱਥੋਂ ਨਹੀਂ ਸੀ ਆਉਣੇ ਹੈਗੇ, ਉੱਥੋਂ ਵੀ ਪੁੱਜੇ ਨੇ, ਮੱਧ ਪ੍ਰਦੇਸ਼ ਤੋਂ ਆਏ ਨੇ। ਮੈਨੂੰ ਲੱਗਦਾ ਕੋਈ ਸਟੇਟ ਰਹਿ ਨਹੀਂ ਗਈ, ਅਲੱਗ-ਅਲੱਗ ਕੰਟਰੀਆਂ ਤੋਂ NRI ਚੜ੍ਹ ਕੇ ਆ ਰਹੇ ਨੇ। ਇਹ ਕੀ ਹੈ? ਸਾਡੇ ਚ ਇੱਕ ਹੈ। ਦੂਜੀ ਗੱਲ, ਸਾਡਾ ਪੁਰਾਤਨ ਪੰਜਾਬ ਮੁੜ ਕੇ ਇਕੱਠਾ ਹੋ ਗਿਆ, ਪਿੰਡਾਂ ਦੇ ਵਿੱਚ ਪਿਆਰ ਵੱਧ ਗਿਆ। ਕੁਝ ਸਿਆਸੀ ਆਗੂਆਂ ਨੇ, ਮੈਂ ਕਲੀਅਰ ਕੱਟ ਕਹਿਣਾ ਚਾਹੁੰਦਾ, ਕੁਝ ਲਾਲਚੀ ਸਿਆਸੀ ਆਗੂਆਂ ਨੇ ਪਿੰਡਾਂ ਦੇ ਵਿੱਚ, ਸਾਡੇ ਸ਼ਹਿਰਾਂ ਦੇ ਵਿੱਚ
ਐਸੀ ਫੁੱਟ ਪਵਾ ਦਿੱਤੀ ਸੀ, ਐਸਾ ਏਕਾ ਦੂਰ ਕਰ ਦਿੱਤਾ ਗਿਆ ਸੀ ਐਦਾਂ ਦੇ ਸਿਆਸੀ ਆਗੂਆਂ ਨੇ ਕਿ ਇੱਕ ਦੂਜੇ ਤੋਂ ਨਫ਼ਰਤ ਹੋਣ ਲੱਗੀ ਸੀ। ਇਹ ਧਰਨੇ ਦੇ ਵਿੱਚੋਂ ਇਹਨਾਂ ਨੂੰ ਲੱਗਦਾ ਕੋਈ ਪਾਰਟੀਆਂ ਅਕਾਲੀ ਦਲ, ਕਾਂਗਰਸ, ਆਮ ਆਦਮੀ ਐਕਟਿਵ ਨੇ, ਤੁਹਾਨੂੰ ਲੱਗਦਾ ਵੀ ਇਹ ਥੋੜਾ ਜਿਹਾ ਹੁਣ ਲੋਕਾਂ ਦੇ ਕਿਉਂਕਿ ਅਕਾਲੀ ਦਲ ਵੀ ਸਾਈਨ ਕਰ ਆਪਣੇ ਵੀ ਨੂੰ ਵੀ ਮਿਲੂ, ਆਮ ਕਿਸਾਨ ਨੂੰ ਵੀ ਮਿਲੂ ਵੀ ਅਸੀਂ ਕਿਹਨਾਂ ਨੂੰ ਜਦੋਂ ਇਨਸਾਨ ਜਾਗਦਾ ਨਾ, ਜਦੋਂ ਵੀ ਦੇਸ਼ ਦਾ ਜਾਂ ਜਦੋਂ ਵੀ ਸੂਬੇ ਦਾ ਨੌਜਵਾਨ ਜਾਗਦਾ, ਨਵੀਂ ਪਨੀਰੀ ਜਾਗਦੀ ਹੈ। ਇਹ ਹੁਣ ਉਹ ਨਹੀਂ ਰਹੇ ਹੈਗੇ, ਇਹ ਹੁਣ ਕੇਵਲ ਕਈਆਂ ਫੜਨ ਵਾਲੇ ਹੱਥ ਨਹੀਂ ਰਹੇ ਹੈਗੇ। ਇਹ ਫੋਰਡ ਤੋਂ ਲੈ ਕੇ ਫਾਰਮ ਟਰੈਕ ਤੋਂ ਲੈ ਕੇ ਜੌਨ ਡੀਅਰ ਤੋਂ ਲੈ ਕੇ ਅੱਜ ਫੋਰਚੂਨਰਾਂ ਦੇ ਹੱਥ ਨੇ। ਇਹ ਕਹਿੰਦੇ ਨੇ ਜੀਨ ਵਾਲੇ ਕਿਸਾਨ ਨਹੀਂ ਹੁੰਦੇ। ਤੁਸੀਂ ਕਿਸਾਨ ਨੂੰ ਕੀ ਸਮਝਦੇ ਹੋ? ਆ ਸਾਡੀ ਭੈਣ ਹੈ, PhD ਹੈ, ਆ ਬਾਈ ਜੀ ਹੈਗੇ ਨੇ ਫਿਲਮ ਹਿਸਟੋਰੀਅਨ ਨੇ, ਆਹ ਸਕੂਲ ਦੇ ਮਾਲਕ ਨੇ, ਮੈਂ ਐਡਵੋਕੇਟ ਹਾਂ, ਕੋਈ ਡਾਕਟਰ ਹੈ, ਕੋਈ ਪ੍ਰੋਫੈਸਰ ਹੈ। ਕੀ ਗੱਲ ਕਿਸਾਨ ਨਹੀਂ? ਅੱਜ ਇਹਨਾਂ ਨੂੰ ਇਹ ਇਕੱਲੇ ਅਨਪੜ੍ਹ ਇਕੱਠੇ ਹੋਏ ਨੇ ਜਿਨ੍ਹਾਂ ਨੂੰ ਇਹ ਨਹੀਂ ਪਤਾ ਸਾਰੀ ਦੁਨੀਆ ਸਮਝ ਚੁੱਕੀ ਹੈ ਕਿ ਸਾਡੇ ਇਹ ਅਗੇਂਸਟ ਨੇ ਜਿਹੜੇ ਬਿੱਲ ਨੇ। ਤੁਸੀਂ ਇਕੱਲੇ ਹੀ ਕਹੀ ਜਾਂਦੇ ਹੋ। ਮੈਂ ਤਾਂ ਹੈਰਾਨ ਹੈ ਵੀ ਇਹਨਾਂ ਨੂੰ ਕਹਿੰਦੇ ਜੀ ਤੁਹਾਨੂੰ ਸਮਝਾਉਣਾ ਪੈਣਾ। ਉਹ ਪਤੰਦਰੋ, ਸਾਨੂੰ ਲੋੜ ਨਹੀਂ ਤੁਹਾਡੀ ਸਮਝਾਈ ਦੀ, ਸਾਡੇ ਕੋਲ ਬੜੇ ਵਧੀਆ ਅਸੀਂ ਆਪ ਪ੍ਰੋਫੈਸਰ ਹਾਂ, ਅਸੀਂ ਸਮਝ ਸਕਦੇ ਹਾਂ। ਤੁਸੀਂ ਕਿਸੇ ਨੂੰ ਸਮਝਾਓਗੇ ਬਿੱਲ ਕੀ ਹੈ? ਸਾਰਿਆਂ ਨੂੰ ਪਤਾ ਬਿੱਲ ਐਂਟੀ ਨੇ। ਜਿਨ੍ਹਾਂ ਨੂੰ ਤੁਸੀਂ ਦੇ ਰਹੇ ਹੋ ਅਸੀਂ ਲੈਣਾ ਨਹੀਂ ਚਾਹੁੰਦੇ, ਤੁਸੀਂ ਧੱਕੇ ਨਾਲ ਫੜਾਈ ਜਾਂਦੇ ਹੋ। ਇਹ ਤਾਂ ਉਹ ਕੰਮ ਹੋ ਗਿਆ, ਕਹਿੰਦੇ ਵੀ ਡਾਕੂ ਨੇ ਕਿਸੇ ਦੇ ਘਰ ਲੁੱਟ ਕੇ, ਚੋਰ ਨੇ ਚੋਰੀ ਕਰਕੇ ਉਹਨੂੰ ਫਾਇਦੇ ਦੱਸ ਰਿਹਾ, ਤੈਨੂੰ ਚੋਰੀ ਦੇ ਫਾਇਦੇ ਕਿੰਨੇ ਨੇ। ਤੇਰੇ ਘਰ ਚੋਂ ਮੈਂ ਸਮਾਨ ਤੇਰਾ ਖੋਲਿਆ ਪਰ ਤੈਨੂੰ ਫਾਇਦਾ ਬੜਾ ਹੋਇਆ। ਆਹ ਕੋਈ ਤਰੀਕਾ ਹੈ? ਜਨਤਾ ਮੂਰਖ ਨਹੀਂ, ਹੁਣ ਸਮਝ ਚੁੱਕੇ ਨੇ, ਪਾਰਟੀਆਂ ਦੇ ਦੂਖ ਕਿਨਾਰਾ ਕਰਨ ਲੱਗੇ ਨੇ। ਇਹ ਜਿਹੜੀਆਂ ਰਵਾਇਤੀ ਪਾਰਟੀਆਂ ਨੇ ਸਮਝ ਲੈਣ, ਇਹ ਕੰਮ ਬਹੁਤੀ ਦੇਰ ਨਹੀਂ ਚੱਲਣੇ ਹੈਗੇ। ਥੋੜੀ ਦੇਰ ਵਾਸਤੇ ਤੁਸੀਂ ਕਿਸੇ ਨੂੰ ਬੁੱਧੂ ਬਣਾ ਲਓਗੇ, ਬਹੁਤੀ ਦੇਰ ਵਾਸਤੇ ਬਣਾਉਣਾ ਬਹੁਤ ਔਖਾ ਹੈ। ਇਹਦੇ ਵਿੱਚੋਂ ਇੱਕ ਨਵੀਂ ਲੀਡਰਸ਼ਿਪ ਡਿਵੈਲਪ ਹੋਏਗੀ। ਮੈਂ ਤੁਹਾਨੂੰ ਦੱਸਦਾ ਇਹਨਾਂ ਦਾ ਫਾਇਦਾ ਕਿੰਨਾ ਹੈ। ਇਹ ਜਿਹੜੀ ਲਾਮਬੰਦੀ ਹੋਈ ਹੈ, ਇੰਨਾ ਜਿਹੜਾ ਇਕੱਠ ਹੋਇਆ, ਤੁਸੀਂ ਦੇਖੋ ਏਕਾ ਕਿੰਨਾ ਵਧਿਆ। ਘਰਾਚੋਂ ਦੀ ਬੀਬੀ ਹੈ ਕੁਲਦੀਪ ਕੌਰ, ਉਹਦੇ ਘਰ ਉਹਨਾਂ ਦੇ ਇੱਕ ਸਹੁਰਾ ਤੇ ਇੱਕ ਉਹਦੀ ਭੈਣ, ਉਹਨੂੰ ਅਧਰੰਗ ਹੋਇਆ। ਉਹ ਉੱਠ ਕੇ ਧਰਨੇ 'ਚ ਬੈਠੀ ਹੈ, ਕਹਿੰਦੀ ਘਰ ਨਹੀਂ ਜਾਣਾ, ਕੋਈ ਗੱਲ ਨਹੀਂ, ਮਗਰੋਂ ਸਪੋਰਟ ਮਿਲ ਰਹੀ ਹੈ। ਬਹੁਤ ਸਾਰੇ ਮਾਲਵੇ ਦੇ ਪਿੰਡਾਂ ਦੇ ਵਿੱਚੋਂ ਬੀਬੀਆਂ ਆਪਣੇ ਜ਼ੇਵਰ ਕਹਿੰਦੇ ਵੇਚਣ ਨੂੰ ਤਿਆਰ ਨੇ। ਤੁਸੀਂ ਧਰਨੇ ਦੇ ਵਿੱਚ ਡਟ ਕੇ ਰਹੋ, ਜਿੱਥੇ ਲੋੜ ਹੋਈ ਸੀ ਆਪਣੇ ਜਨਾਨੀ ਆਪਣੇ ਜ਼ੇਵਰ ਨਹੀਂ ਵੇਚਦੀ ਹੁੰਦੀ ਹੈਗੀ। ਕੀ ਬਾਤ ਹੈ। ਸੰਗਰੂਰ ਦੇ ਵਿੱਚ ਨਰਿੰਜਨ ਸਿੰਘ, ਉਹਦੀ 38 ਸਾਲਾਂ ਦੀ ਭਰਜਾਈ ਦੀ ਮੌਤ ਹੋ ਚੁੱਕੀ ਹੈ, ਉਹਦੇ ਸੰਸਕਾਰ ਤੇ ਨਹੀਂ ਗਿਆ ਹੈਗਾ। ਸਾਡੇ ਜਾਣਕਾਰ ਨੇ ਮਾਝੇ ਤੋਂ ਆਏ ਨੇ, ਉਹਨਾਂ ਦੇ ਪੁੱਤ ਦੀ ਬਰਾਤ ਚੜੀ ਹੈ, ਇਕਲੌਤਾ ਪੁੱਤ ਸੀ, ਉਹਦੇ ਨਹੀਂ ਚੜੇ ਹੈਗੇ। ਇੱਕ ਇੱਥੋਂ ਹੋਰ ਬਜ਼ੁਰਗ ਜੋੜਾ ਆਇਆ ਦੁਆਬੇ ਤੋਂ, ਇਸ਼ੂ ਲੈਸ, ਉਹਨਾਂ ਦਾ ਬੱਚਾ ਨਹੀਂ ਹੈਗਾ, ਤੇ ਤੁਸੀਂ ਮੇਰੇ ਅੱਖਾਂ ਭਰ ਆਈਆਂ, ਉਹਨਾਂ ਦੇ ਝੋਲਾ ਫੜਿਆ ਹੋਇਆ ਸੀ, ਇੱਥੇ ਬੈਠੇ ਨੇ ਉਦਣ ਦੇ। ਉਹ ਕਹਿੰਦੇ ਝੋਲੇ ਦੇ ਵਿੱਚ ਕੀ ਹੈ? ਕਹਿੰਦੇ ਕੱਫਣ ਲੈ ਕੇ ਆਏ ਆ। ਐਦਾਂ ਦੀ ਜਦੋਂ ਸਾਡੇ ਨਾਲ ਐਦਾਂ ਦਾ ਯੂਥ, ਬੱਚਾ, ਨਿੱਕੇ ਨਿੱਕੇ ਬੱਚੇ ਤੁਸੀਂ ਵੇਖਿਆ ਇੱਥੇ ਬੈਠੇ ਨੇ, ਉਹ ਕੰਮ ਹੋਮਵਰਕ ਕਰ ਰਹੀਆਂ ਬੱਚੀਆਂ ਬੈਠੀਆਂ, ਸਕੂਲਾਂ ਦਾ ਕੰਮ। ਜਦੋਂ ਸਕੂਲ ਦੇ ਬੱਚੇ ਆ ਕੇ ਧਰਨੇ ਮੋਰਚਿਆਂ ਦੇ ਵਿੱਚ ਆ ਕੇ ਹੋਮਵਰਕ ਕਰੋਗੇ ਨਾ, ਇਹ ਸੱਜਰੀ ਸਵੇਰ ਦਾ ਆਗਾਜ਼ ਹੈ। ਇਹ ਵਕਤ ਦੇ ਹਾਕਮ ਨੂੰ ਸਮਝਣ ਜਾਣਾ ਚਾਹੀਦਾ ਕਿ ਨਵਾਂ ਸੂਰਜ ਚੜ੍ਹਨ ਵਾਲਾ ਹੈ। ਹੋਸ਼ ਕਰ, ਬਚ ਕੇ ਰਹਿ, ਇਹ ਸੂਰਜ ਚੜ੍ਹਨ ਵਾਲਾ। ਇਹ ਬਹੁਤੀ ਦੇਰ ਹਨੇਰਾ ਨਹੀਂ ਰਹਿਣਾ, ਹੁਣ ਤੁਸੀਂ ਦੇਖ ਲਿਓ। ਕੀ ਬਾਤ ਹੈ, ਵੱਡੀ ਗੱਲ।